किसान जथेबंदियां 31 तो प्लस किसान जथेबंदियां बन गई, 31 तो वध भी हो सकदियां, 31 ध्यान च ने। पर अज भी लीडरी का दौर है, कहते मैं लीडर होवां, वो कहता मैं लीडर होवां, मेरे पिछे कोई लगे, कहता मेरे पिछे कोई लगे। कारण की है? जेकर किसान ही ना बचे, आम लोग ही ना बचे, जो उन्होंने कारपोरेट घराने के अंडर आ गए, तो फिर लीडरियां की करन? पंजाब की एक दी लड़ाई लड़नी है तो इन्ने आगू बनाने की लोड़ नहीं, एक आगू बना के ही लड़ी जा सकती है, नहीं तो लड़ी नहीं जा सकती लड़ाई, ये फेल हो जाऊगी थोड़े दिनों में। भी जदों कोई संघर्ष कोई भी चलूगा, उत्थे संतां की गल भी चलूगी, उत्थे बंदा सिंह बहादुर की गल भी चलूगी, साडियां मिसलां की गल भी चलूगी। सानूं पहलों तो सानूं समझ ही नहीं पै रही भी जिहड़ा आनंदपुर का मता की सी, जे उन्हां दी समझ च पै गया तो उत्ते स्टैंड लेना चाहिए। सानूं जमीनां दे मालक बंदा सिंह बहादुर ने बनाया सी, ना कि किसी होर ने बनाया सी, ते खालसा राज ने ही सानूं सारा कुछ दिता सी, ते आउण वाले समय च भी मैं तो समझदा भी खालसा राज ही सारा कुछ कर सकदा। संत जरनैल सिंह का जो वेला सी उदों तो एक थापड़ के कहते सी भी जे इदां दा कुछ हुंदा तो असीं बैठे हाँ, किसी भी तरह की गल हुंदी, चाहे दिल्ली तख्त नाल होवे, चाहे पंजाब दे विच होईयां वधीकियां की गल होवे। अज ना तो उदां दा कोई आगू दिखदा, ना जिहड़े अज लीडर हैगे ने किसी तरह के भी लीडर जिहड़े किसानी हक्कां की गल करते हैं, पंजाब के हक्कां की गल करते, पंजाब के पानियां की गल करते हैं, ना ही कोई उन्हां दे विच उहो जिहा कोई दिसदा भी जिहड़ा एक थापड़ के कहे असीं शहीदियां देण तक तैयार हां। गल्लां जरूर कर दिंदे मीडिया दे विच आके, पर जदों वारी आउंदी उदों सारे भज। आगूआं ने ही उदों भी सारा सिस्टम खराब करिया, ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਕਹਾਉਂਦੇ ਸੀ, ਸੰਤਾਂ ਦਾ ਸਾਥ ਨਾ ਦੇ ਕੇ। ਭਾਜਪਾ ਦਾ ਲੀਡਰ ਸੀ, ਉਹਦਾ ਬਿਆਨ ਆਇਆ ਸੀ ਕਿ ਤੁਸੀਂ ਆਓਗੇ ਆਪਦੀਆਂ ਲੱਤਾਂ ਤੇ ਸਾਡੇ ਇਦਾਂ ਦਾ ਕੋਈ ਸਾਡੇ ਥਾਂ ਨੂੰ ਘਰਾਓ ਕਰਦੇ ਤੇ ਜਾਓਗੇ ਸਟਰਕਚਰ ਤੇ। ਜਦੋਂ ਇਹਨਾਂ ਦਾ ਰਾਜ ਇੱਥੇ ਵੀ ਹੋਇਆ ਤੇ ਫਿਰ ਕੀ ਹੋਊਗਾ, ਉਹ ਸਾਨੂੰ ਆਪ ਸੋਚਣਾ ਚਾਹੀਦਾ। ਕਠੂਆ ਕਾਂਡ ਹੋਇਆ ਸੀ ਤੇ ਉਹ ਵੀ ਇਹ ਕਹਿੰਦੀ ਸੀ ਵੀ ਇਹ ਤਾਂ ਸਾਡਾ ਉਹਦਾ ਕਲਚਰ ਆ, ਸਾਡੇ ਉਹਦਾ ਸੰਸਕ੍ਰਿਤੀ ਦਾ ਕਲਚਰ ਆ ਇਹ ਬਲਾਤਕਾਰ ਦਾ। ਤੇ ਇਸੇ ਤਰ੍ਹਾਂ ਹੀ ਇਹ ਲੋਕ ਦੇਖ ਲਓ, ਉਹ ਵੀ ਧੀਆਂ ਭੈਣਾਂ, ਉਹ ਖੁਦ ਧੀ ਭੈਣ ਨਹੀਂ ਕਿਸੇ ਦੀ ਜਿਹੜੀ ਇਹ ਗੱਲ ਕਹਿ ਰਹੀ ਆ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਵਾਲੀ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਸੰਘਰਸ਼ ਜਿਹੜਾ ਉਹ ਸਿਖਰਾਂ 'ਤੇ ਚੱਲ ਰਿਹਾ, ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਜਿਹੜੀਆਂ ਖਬਰਾਂ ਜ਼ਿਆਦੀਆਂ ਨਿਕਲ ਰਹੀਆਂ, ਪੰਜਾਬ ਦੇ ਕਿਸਾਨ ਜ਼ਿਆਦਾ ਸੜਕਾਂ 'ਤੇ ਆ। ਪਰ ਜੇਕਰ ਹੋਰਨਾਂ ਸੂਬਿਆਂ ਦੀ ਗੱਲ ਕਰੀਏ, ਸੰਘਰਸ਼ ਉੱਥੇ ਵੀ ਹੋ ਸਕਦਾ, ਪਰ ਉੱਥੋਂ ਦੀ ਕੋਈ ਵੀ ਜਿਹੜੀ ਗੱਲਬਾਤ ਉੱਭਰ ਕੇ ਸਾਹਮਣੇ ਨਹੀਂ ਆ ਰਹੀ। ਪੰਜਾਬ ਦੇ ਜਿਹੜੇ ਸਾਰੇ ਲੋਕ ਸੀ, ਖੇਤੀ ਨਾਲ ਜੁੜੇ ਹੋਏ ਸੀ, ਚਾਹੇ ਕੋਈ ਛੋਟੇ ਵਰਗ ਦੇ ਸੀ, ਮਜ਼ਦੂਰ ਏਕਤਾ ਸੀ, ਕਿਸੇ ਵੀ ਤਰ੍ਹਾਂ ਦੇ ਸੀ, ਉਹ ਸਾਰੇ ਹੀ ਮੋਦੀ ਵੱਲੋਂ ਤਿਆਰ ਕੀਤੇ ਗਏ 3 ਆਰਡੀਨੈਂਸ ਜਿਹੜੇ ਕਾਨੂੰਨ ਬਣ ਚੁੱਕੇ ਨੇ, ਰਾਸ਼ਟਰਪਤੀ ਦੀ ਜਿਹਦੇ 'ਤੇ ਮੋਹਰ ਲੱਗ ਚੁੱਕੀ ਆ, ਉਹਦੇ ਖਿਲਾਫ ਨੇ। ਖਿਲਾਫ ਕਿਉਂ ਨੇ ਇਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਕਾਰਪੋਰੇਟ ਘਰਾਣੇ ਦਾ ਜਿਹੜਾ ਕਬਜ਼ਾ ਹੋਣ ਵਾਲਾ ਹੈ, ਅਤੇ ਉਹ ਸਾਰਾ ਕੁਛ ਕਾਰਪੋਰੇਟ ਘਰਾਣੇ ਦੇ ਜਿਹੜਾ ਅੰਡਰ ਹੋ ਜਾਵੇਗਾ। ਅਤੇ ਇਹਦੇ ਨਾਲ ਜਿਹੜਾ ਉਹ ਆਮ ਵਰਗ ਦੇ ਵਪਾਰੀਆਂ ਨੂੰ, ਲੋਕਾਂ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਘਾਟਾ ਹੋਵੇਗਾ। ਅਤੇ ਜਿਵੇਂ ਉਹਨਾਂ ਦੇ ਹੱਥ ਵਿੱਚ ਜਾਂ ਉਹਨਾਂ ਦੀ ਲੌਕ ਉਹਨਾਂ ਦਾ ਲੱਗ ਜੂਗਾ ਅਤੇ ਚਾਬੀ ਉਹਨਾਂ ਦੇ ਹੱਥ ਵਿੱਚ ਹੋਊਗੀ, ਜੋ ਚਾਹੁਣਗੇ ਉਹੀ ਪੰਜਾਬ ਦੇ ਵਿੱਚ ਜਿਹੜਾ ਉਹ ਕਰਨਗੇ। ਜਿਵੇਂ ਇਹਨਾਂ ਦੇ ਪਹਿਲਾਂ ਰਿਲਾਇੰਸ ਪੰਪ ਡੀਜ਼ਲ ਦਾ ਰੇਟ ਘੱਟ ਦੇ ਕੇ ਉਹਨਾਂ ਦੇਣਾ, ਉਸ ਤੋਂ ਬਾਅਦ ਜੀਓ ਦੀ ਸਿੰਮਾਂ ਜਿਹੜੀਆਂ 10 ਰੁਪਏ 'ਚ ਸਿਮ ਲਾਂਚ ਕਰਕੇ ਉਸ ਤੋਂ ਬਾਅਦ ਉਹਨਾਂ ਦੇ ਕਿਵੇਂ ਰੇਟ ਵਧਾ ਦਿੱਤੇ। ਇਸੇ ਤਰ੍ਹਾਂ ਸਾਨੂੰ ਮਿੱਠਾ ਜ਼ਹਿਰ ਜਿਹੜਾ ਉਹ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਾਡੇ ਨਾਲ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਨੇ। ਇੱਕ 328 ਸਰੂਪਾਂ ਦਾ ਜਿਹੜਾ ਸੰਘਰਸ਼ ਆ ਉਹ ਵੀ ਬੜਾ ਸਿਖਰਾਂ 'ਤੇ ਚੱਲ ਰਿਹਾ, ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਕੀ ਨਿਕਲੂਗਾ? ਦੇਖੋ, ਇਹ ਸੰਘਰਸ਼ ਹੁੰਦੇ ਆ, ਇਹ ਲੰਮੇ ਲੜਨੇ ਪੈਂਦੇ ਹੁੰਦੇ ਆ, ਅਤੇ ਲੰਮੀਆਂ ਲੜਾਈਆਂ ਲੜ ਕੇ ਹੀ ਕੁਛ ਹਾਸਲ ਕੀਤਾ ਜਾ ਸਕਦਾ। ਇਹ ਕਾਹਲੀ ਦੇ ਵਿੱਚ ਕੋਈ ਵੀ ਸੰਘਰਸ਼ ਹੋਵੇ, ਉਹ ਜੇ ਉਹ 'ਚ ਜਲਦਬਾਜ਼ੀ ਕਰੀਏ ਅਤੇ ਉਹਦੇ 'ਚੋਂ ਕੁਛ ਨਹੀਂ ਨਿਕਲਦਾ ਹੁੰਦਾ ਵਾ। ਥੋੜ੍ਹੇ ਦਿਨਾਂ 'ਚ ਫਿਰ ਉਹ ਖਿੰਡ ਪੁੰਡ ਜਾਂਦਾ ਹੁੰਦਾ ਆ। ਅਤੇ ਇਹ ਸੰਘਰਸ਼ ਜਿੰਨੇ ਵੀ ਨੇ ਤਕਰੀਬਨ ਹੁੰਦੇ ਕੌਮਾਂ ਦੇ ਜਾਂ ਸਟੇਟਾਂ ਦੇ ਜਾਂ ਦੇਸ਼ਾਂ ਦੇ, ਇਹ ਲੰਮੇ ਲੜਨੇ ਪੈਂਦੇ ਹੁੰਦੇ ਆ। ਲੰਮੇ ਲੜ ਕੇ ਹੀ ਕਾਮਯਾਬੀ ਪਾਈ ਜਾ ਸਕਦੀ ਆ। ਜਿਵੇਂ ਆਪਾਂ ਗੱਲ ਕਰਦੇ ਵੀ ਲੰਮੇ ਲੜਨੇ ਪੈਂਦੇ, ਵੈਸੇ 3 ਆਰਡੀਨੈਂਸ ਕਿੰਨੇ ਕੁ ਘਾਤਕ ਲੱਗਦੇ ਆ ਜਿਹੜੇ ਵੀ ਲੋਕ ਸੜਕਾਂ 'ਤੇ ਆ ਗਏ? ਜਿਹੜੇ 3 ਬਿੱਲ ਨੇ ਨਾ, ਇਹ ਬਹੁਤ ਘਾਤਕ ਨੇ। ਜਿਵੇਂ ਅਸੀਂ ਅੱਜ ਸਾਡੀ ਫਸਲ ਦਾ ਰੇਟ ਆ, ਜਿਹੜੀਆਂ ਕਣਕ ਹੋਇਆ, ਝੋਨਾ ਹੋਇਆ, ਇਹ ਬਿੱਲ ਆਉਣ ਦਾ ਕਾਰਨ ਦੇਖ ਲਓ। ਅੱਜ ਹੀ ਕਣਕ ਦਾ ਰੇਟ ਜਿਹੜਾ 1500 ਰੁਪਈਏ 'ਤੇ ਆ, ਜਿਹਦਾ 2000 ਰੁਪਈਆ ਰੇਟ ਸੀ, ਉਹ ਅੱਜ 1500 ਰੁਪਈਏ ਨੂੰ ਵੀ ਕੋਈ ਲੈਣ ਨੂੰ ਤਿਆਰ ਨਹੀਂ। ਇੰਨੇ ਕੁ ਘਾਤਕ ਹੋ ਸਕਦੇ ਨੇ। ਸਿੱਧਾ ਕੁਆਂਟਲ ਮਗਰ 500 ਰੁਪਈਆ ਸਿੱਧਾ ਹੀ ਘਾਤਕ, ਅਤੇ 20 ਕਿੱਲੇ ਦੇ ਵਿੱਚੋਂ 20-25 ਕੁਆਂਟਲ ਜਿਹੜੀ ਫਸਲ ਨਿਕਲੀ, ਅਤੇ ਕਿੰਨੇ ਘਾਟੇ ਜਿਹੜੇ ਕਿਸਾਨਾਂ ਨੂੰ ਪੈਣਗੇ। ਅੱਜ ਸਾਰੇ ਇਕੱਠੇ ਲੱਗਦੇ ਤੁਹਾਨੂੰ ਵੀ ਸਾਰਾ ਕੁਛ ਇਕੱਠੇ ਨੇ, ਸਾਰੇ ਕਿਸਾਨ ਹੋਣ, ਸਿੱਖ ਜਥੇਬੰਦੀਆਂ ਹੋਣ, ਇਸ ਚੀਜ਼ ਨੂੰ
ਸੈਂਟਰ ਦੇ ਖਿਲਾਫ ਲੜਾਈ ਲੜਨਗੇ? ਅਜੇ ਤੱਕ ਇਕੱਠੀਆਂ ਤਾਂ ਨਹੀਂ ਲੱਗ ਰਹੀਆਂ, ਪਰ ਇਕੱਠੀਆਂ ਹੋਣਾ ਚਾਹੀਦਾ। ਜੇ ਇਕੱਠੇ ਨਹੀਂ ਹੁੰਦੇ ਤੇ ਕੁਝ ਵੀ ਹਾਸਲ ਨਹੀਂ ਹੋਊਗਾ, ਕਿਉਂਕਿ ਹਰ ਬੰਦਾ ਜਿਹੜਾ ਆ ਉਹ ਆਪਣਾ ਕਹਿ ਰਿਹਾ ਵੀ ਜੋ ਮੈਂ ਅੱਗੇ ਲੱਗਾ ਤੇ ਮਗਰ ਮੇਰੇ ਸਾਰੇ ਲੱਗ ਜਾਣ। ਅਜੇ ਤਾਂ ਇਹ ਖੇਡ ਜਿਹੜੀ ਆ ਉਹ ਚੱਲੀ ਜਾ ਰਹੀ ਹੈ। ਲੀਡਰੀ 'ਚ ਪਹਿਲਾਂ ਕਿਸਾਨ ਜਥੇਬੰਦੀਆਂ 31 ਤੋਂ ਪਲੱਸ ਕਿਸਾਨ ਜਥੇਬੰਦੀਆਂ ਬਣ ਗਈਆਂ, 31 ਤੋਂ ਵੱਧ ਵੀ ਹੋ ਸਕਦੀਆਂ, 31 ਧਿਆਨ 'ਚ ਨੇ। ਪਰ ਅੱਜ ਵੀ ਲੀਡਰੀ ਦਾ ਦੌਰ ਹੈ। ਕਹਿੰਦੇ ਮੈਂ ਲੀਡਰ ਹੋਵਾਂ, ਉਹ ਕਹਿੰਦਾ ਮੈਂ ਲੀਡਰ ਹੋਵਾਂ, ਮੇਰੇ ਪਿੱਛੇ ਕੋਈ ਲੱਗੇ, ਉਹ ਕਹਿੰਦਾ ਮੇਰੇ ਪਿੱਛੇ ਕੋਈ ਲੱਗੇ। ਕਾਰਨ ਕੀ ਹੈ? ਜੇਕਰ ਕਿਸਾਨ ਹੀ ਨਾ ਬਚੇ, ਆਮ ਲੋਕ ਹੀ ਨਾ ਬਚੇ, ਜੇ ਉਹਨਾਂ ਦੇ ਕਾਰਪੋਰੇਟ ਘਰਾਣੇ ਦੇ ਅੰਡਰ ਆ ਗਏ, ਤੇ ਫਿਰ ਲੀਡਰੀਆਂ ਕੀ ਕਰਨੀਆਂ? ਭਈ ਇਹ ਲੋਕ ਤਾਂ, ਇਹਨਾਂ ਨੂੰ ਸੰਘਰਸ਼ ਨਾਲ ਕੋਈ ਮਤਲਬ ਨਹੀਂ, ਇਹਨਾਂ ਨੂੰ ਬਿੱਲਾਂ ਨਾਲ ਕੋਈ ਮਤਲਬ ਨਹੀਂ, ਇਹਨਾਂ ਨੂੰ ਆਪਣੀਆਂ ਲੀਡਰੀਆਂ ਚਮਕਾਉਣ ਨਾਲ ਮਤਲਬ ਆ। ਜੇ ਇਹ ਲੜਾਈ ਲੜਨੀ ਆ ਤੇ ਸਾਰਿਆਂ ਲੋਕਾਂ ਨੂੰ ਆਪ ਇਕੱਠੇ ਹੋ ਕੇ ਲੜਨੀ ਪਊਗੀ, ਇਹਨਾਂ ਲੀਡਰਾਂ ਤੋਂ ਬਗੈਰ। ਆਪੇ ਹੀ ਜਦੋਂ ਇਕੱਠੇ ਹੋ ਕੇ ਲੜਨਗੇ, ਉਹਦੇ ਵਿੱਚੋਂ ਹੀ ਕੋਈ ਇੱਕ ਵਧੀਆ ਲੀਡਰ ਨਿਕਲ ਆਊਗਾ, ਜਿਹੜੇ ਇਹਨਾਂ ਨੂੰ ਇੱਕ ਸੇਧ ਦੇਊਗਾ, ਤੇ ਉਹਦੇ ਨਾਲ ਸਾਰਾ ਕੁਝ ਹੋ ਸਕਦਾ ਆ। ਤੇ ਮੈਨੂੰ ਨਹੀਂ ਲੱਗਦਾ ਵੀ ਜਿਸ ਤਰ੍ਹਾਂ ਲੜਾਈ ਲੜੀ ਜਾ ਰਹੀ ਹੈ ਇਸ ਤਰ੍ਹਾਂ ਕੋਈ ਕਾਮਯਾਬੀ ਮਿਲੇ। ਤੁਸੀਂ ਕਹਿੰਦੇ ਕਾਮਯਾਬੀ ਨਹੀਂ ਮਿਲੀ, ਪਰ ਜਿਵੇਂ ਹੁਣ ਰਿਲਾਇੰਸ ਦੇ ਪੰਪ ਬੰਦ ਕਰ ਲੈਣੇ, ਰਿਲਾਇੰਸ ਮਾਰਕੀਟਾਂ ਬੰਦ ਕਰ ਦੇਣੀਆਂ, ਜਿੰਨੇ ਇਹਨਾਂ ਦੇ ਤੁਹਾਡੇ ਏਰੀਏ 'ਚ ਗੱਲ ਕਰੀਏ, ਬਠਿੰਡਾ ਮਾਲਵਾ ਏਰੀਏ ਦੀ ਗੱਲ ਕਰੀਏ, ਤਾਂ ਇੱਥੇ ਜਿੰਨੇ ਟੂਲ ਟੈਕਸ ਸੀ ਸਾਰੇ ਬੰਦ ਕਰ ਦਿੱਤੇ ਪਟਿਆਲੇ ਤੱਕ। ਇਸ ਤੋਂ ਬਾਅਦ ਮਾਝੇ 'ਚ ਵੀ ਜਿਹੜੀ ਉਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਮਾਝੇ ਦੇ ਵਿੱਚ ਵੀ ਇਹਦਾ ਅਸਰ ਜਿਹੜਾ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਜਿਹੜੀਆਂ ਮੂਵਮੈਂਟ ਉੱਠਦੀਆਂ ਸੀਗੀਆਂ ਜਾਂ ਲਹਿਰਾਂ ਉੱਠਦੀਆਂ ਸੀ, ਉਹ ਮਾਝੇ 'ਚ ਉੱਠਦੀਆਂ ਸੀ, ਹੁਣ ਮਾਲਵੇ 'ਚ ਉੱਠੀ ਹੈ, ਤੇ ਕਾਮਯਾਬ ਹੋਵੇਗੀ? ਮੈਂ ਦੱਸਿਆ ਨਾ ਕਿ ਇਹ ਜਿਵੇਂ ਹੁਣ ਮੌਲ ਬੰਦ ਕੀਤੇ ਨੇ, ਪੰਪ ਬੰਦ ਕੀਤੇ ਨੇ, ਇੱਕ ਵਕਤੀ ਉਭਾਰ ਆ। ਜੇ ਵਕਤੀ ਉਭਾਰ ਨੂੰ ਸਾਂਭਿਆ ਨਾ ਜਾਵੇ ਤੇ ਮੁਸ਼ਕਲਾਂ ਬਹੁਤ ਖੜੀਆਂ ਹੋ ਜਾਂਦੀਆਂ ਨੇ। ਇਹਨੂੰ ਸਾਂਭਣ ਦੀ ਲੋੜ ਆ, ਇਕੱਠੇ ਹੋਣ ਦੀ ਲੋੜ ਆ। ਮੈਂ ਬਾਰ-ਬਾਰ ਇਹੀ ਗੱਲ ਕਹਿ ਰਿਹਾ ਨਾ। ਤੁਸੀਂ ਕਹਿੰਦੇ ਸਾਂਭਣ ਦੀ ਲੋੜ ਆ, ਪਰ ਇੱਕ ਪਾਸੇ ਕਿਸਾਨ ਜਿਹੜੀ ਜਥੇਬੰਦੀਆਂ ਉਹ ਕਹਿੰਦੀਆਂ ਅਸੀਂ ਇਕੱਠੀਆਂ, ਉਹ ਜਦੋਂ ਵੀ ਕੋਈ ਆਪਦਾ ਪ੍ਰੋਗਰਾਮ ਲੀਕਦੀਆਂ, ਤਰੀਕ ਮਿੱਥੀ ਜਾਂਦੀ, ਦੂਸਰੇ ਪਾਸੇ ਬਾਦਲਾਂ ਦਾ ਆਪਦੀ ਤਰੀਕ ਦਿੱਤੀ ਜਾਂਦੀ ਹੈ। ਉਸ ਤੀਜੇ ਪਾਸੇ ਜੇਕਰ ਰਾਹੁਲ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਵਿੱਚ ਐਂਟਰੀ ਕਰਦਾ, ਦਿੱਲੀ ਤੋਂ ਆਉਂਦਾ। ਇਹ ਸਾਰਾ ਕੁਝ ਲੱਗਦਾ ਨਹੀਂ ਕਿਤੇ ਨਾ ਕਿਤੇ? ਇਹ ਜਿਵੇਂ ਲਾਹੌਰ ਦਿੱਲੀ ਤੋਂ ਇੱਧਰ ਆ ਰਿਹਾ, ਇੱਥੇ ਆਣ ਕੇ ਕਰਨਾ। ਲੜਾਈ ਤਾਂ ਦਿੱਲੀ ਨਾਲ ਚੱਲ ਰਹੀ ਆ, ਜਿਹੜੀ ਅੱਜ ਦੀ ਲੜਾਈ ਉਹ ਦਿੱਲੀ ਨਾਲ ਆ, ਚੰਡੀਗੜ੍ਹ ਨਾਲ ਨਹੀਂ ਗੀ। ਤੇ ਲਾਹੌਰ ਉੱਥੇ ਬੈਠਦਾ, ਜਿੰਨੇ ਵੀ ਉਹਦੇ MP ਸੀ ਉਹ ਲੈ ਕੇ ਬੈਠਦਾ ਨਾਲ, ਤੇ ਸਾਰਿਆਂ ਨੂੰ ਸੱਦਾ ਦੇ ਦਿੰਦਾ, ਪੰਜਾਬ ਵਾਲਿਆਂ ਨੂੰ ਵੀ, ਕਿਸਾਨ ਯੂਨੀਅਨਾਂ ਨੂੰ, ਸਾਰਿਆਂ ਨੂੰ ਹੀ ਸੱਦਾ ਦਿੰਦਾ ਵੀ ਉੱਥੇ ਆ ਜਾਓ, ਆਪਾਂ ਦਿੱਲੀ ਨੂੰ ਘੇਰੀਏ। ਤੇ ਕੋਈ ਗੱਲ ਸਮਝ ਲੱਗਦੀ ਸੀ ਉਹਦੀ ਪੰਜਾਬ ਆਉਣ ਦੀ, ਤੇ ਕੋਈ ਸਮਝ ਹੀ ਨਹੀਂ ਲੱਗਦੀ ਵੀ ਪੰਜਾਬ ਕੀ ਲੈਣ ਆ ਰਿਹਾ। ਉਹ ਤੇ ਆਪਣੀ ਜਿਹੜੀ ਡਿੱਗੀ ਹੋਈ ਸ਼ਾਖ ਨੂੰ ਬਚਾਉਣ ਵਾਸਤੇ, ਆਉਣ ਵਾਲੇ ਸਮੇਂ ਵਾਸਤੇ ਉਹ ਆਪਣੀ ਇੱਕ ਤਿਆਰੀ ਕਰ ਰਹੇ ਨੇ ਇਲੈਕਸ਼ਨ ਦੀ। ਉਹਨਾਂ ਦਾ ਪੰਜਾਬ ਨਾਲ ਕੋਈ ਮਤਲਬ ਨਹੀਂ। ਡਿੱਗੀ ਹੋਈ ਕਾਬ ਦੀ ਸ਼ਾਖ ਬਚਾਉਣ ਆ ਰਹੇ ਬਾਦਲ ਜਿਹੜੇ, ਉਹ ਚੰਡੀਗੜ੍ਹ ਨੂੰ ਜਿਹੜੇ ਕਾਫਲਾ ਲੈ ਕੇ ਗਏ ਚੱਲੇ, ਉਹਦਾ ਵੀ ਕੋਈ ਫਾਇਦਾ ਹੋਇਆ? ਹਾਲਾਤ ਉਹਨਾਂ ਦੇ ਵੀ ਇਹੀ ਆ, ਉਹਦਾ ਫਾਇਦਾ ਕਾਹਦਾ ਹੋਣਾ ਸੀ? ਜਿਹੜਾ ਉਹ ਚੰਡੀਗੜ੍ਹ ਨੂੰ ਗਏ ਨੇ 3 ਤਖਤ ਸਾਹਿਬਾਂ ਤੋਂ ਮਾਰਚ ਲੈ ਕੇ, ਉਹ ਤਾਂ ਇੱਕ ਲੋਕਾਂ ਨੂੰ ਇਕੱਠੇ ਕਰ ਰਹੇ ਨੇ, ਜਿਹੜੇ ਉਹਨਾਂ ਨੂੰ ਤਕਰੀਬਨ 5 ਸਾਲ ਤੋਂ ਟੁੱਟਦੇ ਜਾ ਰਹੇ ਸੀ। ਤੇ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਆਪਣੀ ਹੋਂਦ ਦੀ ਲੜਾਈ, ਅਸਲ ਸਿਆਸੀ ਪਾਰਟੀਆਂ ਦੇ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਨੇ। ਉਹ ਕੋਈ ਕਿਸਾਨਾਂ ਦੀ ਲੜਾਈ ਨਹੀਂ ਲੜ ਰਹੀਆਂ, ਕੋਈ ਬਿੱਲਾਂ ਦਾ ਵਿਰੋਧ ਨਹੀਂ ਕਰ ਰਹੀਆਂ। ਕਿਸਾਨਾਂ ਦੀ ਲੜਾਈ ਲੜ ਕੌਣ ਰਿਹਾ ਫਿਰ? ਇਸ ਵੇਲੇ ਕਿਸਾਨਾਂ ਦੀ ਲੜਾਈ ਠੀਕ ਹੈ, ਜਿਹੜੀਆਂ ਯੂਨੀਅਨਾਂ ਬੈਠੀਆਂ ਨੇ, ਕਿਸਾਨ ਯੂਨੀਅਨਾਂ, ਉਹ ਲੜ ਰਹੀਆਂ ਨੇ, ਜਾਂ ਲੋਕ ਆਪਣੇ ਲੈਵਲ 'ਤੇ ਅਸਲ ਤਾਂ ਲੜ ਰਹੇ ਨੇ। ਬਾਕੀ ਕੋਈ ਬਹੁਤਾ ਕਿਸੇ ਦਾ ਉਹ ਨਹੀਂ ਹੋ ਰਿਹਾ, ਕਿਉਂਕਿ ਜੇ ਇਹਨਾਂ ਨੂੰ ਪੰਜਾਬ ਦੀ ਇੱਕ ਦੀ ਲੜਾਈ ਲੜਨੀ ਆ ਤੇ ਇੰਨੇ ਆਗੂ ਬਣਾਉਣ ਦੀ ਲੋੜ ਨਹੀਂ। ਇੱਕ ਆਗੂ ਬਣਾ ਕੇ ਹੀ ਲੜੀ ਜਾ ਸਕਦੀ ਆ, ਨਹੀਂ ਤੇ ਲੜੀ ਨਹੀਂ ਜਾ ਸਕਦੀ ਲੜਾਈ। ਇਹ ਫੇਲ ਹੋ ਜਾਊਗੀ ਥੋੜੇ ਦਿਨਾਂ ਵਿੱਚ। ਤੁਸੀਂ ਕਹਿੰਦੇ ਫੇਲ ਹੋ ਜਾਊਗੀ, ਕਲਾਕਾਰ ਕਹਿੰਦੇ ਵੀ ਅਸੀਂ ਜਿਹੜਾ ਹੱਕ ਲੈ ਕੇ ਦੇਵਾਂਗੇ। ਸਾਨੂੰ ਜਿਹੜਾ ਪਹਿਲਾਂ ਪ੍ਰਚਾਰਿਆ ਜਾਂਦਾ ਸੀ ਵੀ ਕਿ ਕਲਾਕਾਰ ਇੱਦਾਂ ਕਰਦੇ, ਮੰਡੀਰ ਨੂੰ ਖਰਾਬ ਕਰਦੇ, ਹੁਣ ਉਹ ਵੀ ਕਹਿੰਦੇ ਵੀ ਸਟੇਜਾਂ ਲਾਉਣ ਲੱਗ ਪਿਆ, ਉਹ ਸਾਰਾ ਕੁਝ ਕਿਸਾਨਾਂ ਦੇ ਹੱਕ 'ਚ ਆਏਗਾ। ਬਿਲਕੁਲ, ਸਾਰੇ ਜਾਣੇ ਉਹ ਕਲਾਕਾਰ ਤਾਂ ਬਾਅਦ 'ਚ ਨੇ, ਉਹ ਵੀ ਸਾਰੇ ਕਿਸਾਨ ਨੇ, ਜਾਂ ਮਜ਼ਦੂਰਾਂ ਦੇ ਘਰਾਂ 'ਚੋਂ ਆ, ਜਾਂ ਕਿਸੇ ਦੇ 'ਚੋਂ ਵੀ ਆ, ਕੰਮ ਵਾਲੇ ਬੰਦਿਆਂ 'ਚੋਂ ਹੀ ਆ ਨਾ ਉਹ ਵੀ ਸਾਰੇ। ਉਹਨਾਂ ਨੂੰ ਵੀ ਓਨਾ ਹੀ ਨੁਕਸਾਨ ਆ ਜਿੰਨਾ ਬਾਕੀ ਇਕੱਲਾ ਜ਼ਿਮੀਂਦਾਰ ਨੂੰ ਨਹੀਂ। ਜ਼ਿਮੀਂਦਾਰ ਤਾਂ ਸਭ ਤੋਂ ਬਾਅਦ ਦੇ ਵਿੱਚ ਜ਼ਿਮੀਂਦਾਰ ਦੀ ਵਾਰੀ ਆਉਣੀ ਆ। ਉਦੋਂ ਪਹਿਲਾਂ ਤੇ ਇਹਨਾਂ ਲੋਕਾਂ ਦੇ, ਜੇ ਜ਼ਿਮੀਂਦਾਰ ਕੋਲ ਕੁਝ ਨਹੀਂ ਹੋਊਗਾ, ਇਹਨਾਂ ਦੇ ਜਿਹੜੇ ਪ੍ਰੋਗਰਾਮ ਉਹ ਕਿੱਥੋਂ ਚੱਲਣਗੇ? ਮੈਰਿਜ ਪੈਲਸ ਜਿਹੜੇ ਉਹ ਕਿੱਥੋਂ ਚੱਲਣਗੇ? ਸਿਨੇਮੇ ਹਾਲ ਕਿੱਥੋਂ ਚੱਲਣਗੇ? ਜਾਂ ਜਿਹੜੇ ਬਾਣੀਆਂ ਦੀਆਂ ਦੁਕਾਨਾਂ ਵਾਲੇ ਨੇ, ਉਹ ਦੁਕਾਨਾਂ 'ਤੇ ਕੌਣ ਜਾਊਗਾ ਜੇ ਜ਼ਿਮੀਂਦਾਰ ਕੋਲ ਹੀ ਕੁਝ ਨਹੀਂ ਹੋਊਗਾ? ਫੈਕਟਰੀਆਂ ਕਾਹਦੇ ਨਾਲ ਚੱਲਣਗੀਆਂ? ਖੰਡ ਮਿੱਲਾਂ ਨੇ, ਕੱਪੜਾ ਮਿੱਲਾਂ ਨੇ, ਹੋਰ ਕਈ ਜਿੰਨੀਆਂ ਵੀ ਮਿੱਲਾਂ ਨੇ ਸਾਰੀਆਂ, ਜੇ ਕੁਛ ਵੀ ਖੇਤ ਦੇ ਵਿੱਚ ਕੁਝ ਨਹੀਂ ਹੋਊਗਾ ਤੇ ਉੱਥੇ ਕੁਛ ਨਹੀਂ, ਜੋ ਮਿੱਲਾਂ ਸਾਰੀਆਂ ਇੱਕ ਚਿੱਟਾ ਹਾਥੀ ਹੋਣਗੀਆਂ, ਉਹ ਕਾਹਦੇ ਨਾਲ ਚੱਲਣਗੀਆਂ ਉਹ? ਤੇ ਇਹ ਸਾਰੇ ਜਿਹੜੇ ਕਲਾਕਾਰ ਵੀ ਨੇ ਜਾਂ ਕੋਈ ਵੀ ਲੜ ਰਿਹਾ ਆ, ਇਹਨਾਂ ਦਾ ਸਾਰਿਆਂ ਦਾ ਹੱਕ ਬਣਦਾ ਲੜਨ ਦਾ, ਇਹਨਾਂ ਨੂੰ ਲੜਨੀ ਚਾਹੀਦੀ ਆ। ਪਰ ਜਿਵੇਂ ਵੱਖਰੇ ਵੱਖਰੇ ਲੜ ਰਹੇ, ਉਹ ਗੱਲ ਗਲਤ ਆ ਨਾ। ਜਿਵੇਂ ਹੁਣ ਅੱਜ ਫਿਰ ਕਿੱਦਾਂ ਦੀ ਹੋਣੀ ਚਾਹੀਦੀ? ਤੁਸੀਂ ਕਹਿੰਦੇ ਵੱਖਰੇ ਵੱਖਰੇ ਆ, ਇਕੱਠੇ ਨਹੀਂ ਗਏ, ਕੋਈ ਲੱਗਦਾ ਨਹੀਂ ਹੱਲ ਨਿਕਲ ਰਿਹਾ, ਪਰ ਲੜਾਈ ਫਿਰ ਕਿਵੇਂ ਦੀ ਹੋਵੇ? ਲੜਾਈ ਤਾਂ ਅਸਲ ਭਾਈ ਜਦੋਂ ਦਿੱਲੀ ਨਾਲ ਲੜਨੀ ਹੋਵੇ ਨਾ, ਇੰਨੇ ਚਿਰ ਦੇ ਆਪਾਂ ਲੜਦੇ ਆ ਰਹੇ ਹਾਂ, ਲੜਾਈ ਤਾਂ ਆਰ ਪਾਰ ਦੀ ਲੜਨੀ ਪਊਗੀ। ਸਾਰੀਆਂ ਜਥੇਬੰਦੀਆਂ ਆਪਣੀਆਂ ਜਥੇਬੰਦੀਆਂ ਰੱਖਣ, ਪਰ ਜੋ ਪ੍ਰੋਗਰਾਮ ਹੈ ਉਹ ਸਾਂਝੇ ਤੌਰ 'ਤੇ ਦੇਣ ਨਾ। ਅਸਲ ਗੱਲ ਤਾਂ ਇੱਥੇ ਹੈ ਨਾ। ਹੁਣ ਤੁਸੀਂ ਦੇਖੋ, ਸ਼ੰਭੂ ਬਾਰਡਰ 'ਤੇ ਇਸ ਵੇਲੇ 3 ਪ੍ਰੋਗਰਾਮ ਚੱਲ ਰਹੇ ਨੇ। ਇੱਕ ਤਾਂ ਕਿਸਾਨਾਂ ਦਾ ਚੱਲ ਰਿਹਾ, ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਚੱਲ ਰਿਹਾ, ਇੱਕ ਕਲਾਕਾਰਾਂ ਦਾ ਵੱਖਰਾ ਚੱਲ ਰਿਹਾ ਉੱਥੇ।
ਦੀਪ ਸਿੱਧੂ ਮਾਰਚ ਲੈ ਕੇ ਗਿਆ ਸੀ, ਉੱਥੋਂ ਉਹ ਜਾ ਕੇ ਤੇ ਉੱਥੋਂ 10 ਮਿੰਟ ਬੋਲ ਕੇ ਵਾਪਸ ਵੀ ਆ ਗਿਆ ਉੱਥੋਂ ਉਹ। ਸ਼ੰਭੂ ਬਾਰਡਰ ਤੋਂ ਵਾਪਸ ਆ ਗਿਆ। ਹਾਂ, ਉਹ ਬਿਲਕੁਲ ਸ਼ੰਭੂ ਬਾਰਡਰ ਤੋਂ, ਜਿੱਥੇ ਹਰਭਜਨ ਮਾਨ ਹੋਣੀ ਬੈਠੇ ਨੇ ਲਾ ਕੇ ਰੇਲ ਦੀ ਪਰੜੀ ਤੇ ਟੈਂਟ, ਉੱਥੋਂ ਬੋਲ ਕੇ ਉੱਥੋਂ ਵਾਪਸ ਆ ਚੁੱਕਿਆ ਉਹ। ਹੱਲ ਕੀ ਹੋਇਆ? ਰੌਲਾ ਜਿਹੜਾ ਸੋਸ਼ਲ ਮੀਡੀਆ ਤੇ ਜ਼ਿਆਦਾ ਪਾਇਆ ਜਾ ਰਿਹਾ, ਵਿੱਚ ਹੀ ਖਾਲਿਸਤਾਨ ਦੀਆਂ ਗੱਲਾਂ ਕੀਤੀਆਂ ਨੇ ਸੰਤ ਜਰਨੈਲ ਸਿੰਘ ਦੀ, ਜਿਹੜੀ ਉਹ ਕਹਿੰਦੇ ਵੀ ਅਸੀਂ ਆਨੰਦਪੁਰ ਦੇ ਮਤੇ ਸੀ ਉਹਨਾਂ ਨੂੰ ਲੈ ਕੇ ਚੱਲ ਰਹੇ ਹਾਂ, ਫਿਰ 10 ਮਿੰਟਾਂ ਨਾਲ ਤਾਂ ਕੋਈ ਹੱਲ ਵੀ ਨਹੀਂ ਹੋਣਾ। ਦੇਖੋ, ਸੰਤਾਂ ਦੀ ਗੱਲ ਵੀ ਚੱਲੂਗੀ, ਜਦੋਂ ਕੋਈ ਸੰਘਰਸ਼ ਕੋਈ ਵੀ ਚੱਲੂਗਾ ਉੱਥੇ ਸੰਤਾਂ ਦੀ ਗੱਲ ਵੀ ਚੱਲੂਗੀ, ਉੱਥੇ ਬੰਦਾ ਸਿੰਘ ਬਹਾਦਰ ਦੀ ਗੱਲ ਵੀ ਚੱਲੂਗੀ, ਸਾਡੀਆਂ ਮਿਸਲਾਂ ਦੀ ਗੱਲ ਵੀ ਚੱਲੂਗੀ। ਪਰ ਗੱਲ ਇਹ ਆ ਵੀ ਸਾਨੂੰ ਉਹਨਾਂ ਚੀਜ਼ਾਂ 'ਤੇ ਉਹਨਾਂ ਨੂੰ ਪੜ੍ਹ ਕੇ ਉਹਨਾਂ 'ਤੇ ਗੌਰ ਕਰਨ ਦੀ ਲੋੜ ਆ ਵੀ ਉਹ ਸਾਨੂੰ ਪਹਿਲਾਂ ਤਾਂ ਸਾਨੂੰ ਸਮਝ ਹੀ ਨਹੀਂ ਪੈ ਰਹੀ ਵੀ ਜਿਹੜਾ ਆਨੰਦਪੁਰ ਦਾ ਮਤਾ ਕੀ ਸੀ। ਜੇ ਉਹਨਾਂ ਦੀ ਸਮਝ 'ਚ ਪੈ ਗਿਆ ਤਾਂ ਉਹਦੇ 'ਤੇ ਸਟੈਂਡ ਲੈਣਾ ਚਾਹੀਦਾ। ਉਸ ਮਤੇ ਵਾਸਤੇ ਸਾਨੂੰ ਬੰਦਾ ਸਿੰਘ ਬਹਾਦਰ ਦੇ ਜੋ ਰਾਜ ਸੀ ਉਸ ਦੀ ਲੋੜ ਆ, ਕਿਉਂਕਿ ਸਾਨੂੰ ਜ਼ਮੀਨਾਂ ਦੇ ਮਾਲਕ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ, ਨਾ ਕਿ ਕਿਸੇ ਹੋਰ ਨੇ ਬਣਾਇਆ ਸੀ। ਤੇ ਖਾਲਸਾ ਰਾਜ ਨੇ ਹੀ ਸਾਨੂੰ ਸਾਰਾ ਕੁਝ ਦਿੱਤਾ ਸੀ, ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਤਾਂ ਸਮਝਦਾ ਵੀ ਖਾਲਸਾ ਰਾਜ ਹੀ ਸਾਰਾ ਕੁਝ ਕਰ ਸਕਦਾ, ਬਾਕੀ ਸਾਰਾ ਕੁਝ ਐਵੇਂ ਹੀ ਆ। ਹੁਣ ਕਿਸਾਨਾਂ ਦੇ ਸੰਘਰਸ਼ ਦੀ ਗੱਲ ਆ, ਆਮ ਹੀ ਜਦੋਂ ਗੱਲ ਹੁੰਦੀ ਵਿੱਚ ਖਾਲਸਾ ਰਾਜ ਦੀ ਗੱਲ ਚੱਲ ਪੈਂਦੀ। ਠੀਕ ਹੈ, ਸਿੱਖਾਂ ਦਾ ਇੱਕ ਵਿਸ਼ਾ ਜ਼ਰੂਰ ਹੈਗਾ, ਬੜੇ ਚਿਰ ਤੋਂ ਤੜਫ ਹੈਗੀ ਆ, ਪਰ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਹੀ ਇਸ ਚੀਜ਼ ਨੂੰ ਕਿਉਂ ਪ੍ਰਚਾਰਿਆ ਜਾਂਦਾ, ਜਦੋਂ ਹੁਣ ਕਿਸਾਨਾਂ ਦਾ ਸੰਘਰਸ਼ ਹੈ ਤੇ ਉਸ ਚੀਜ਼ ਨੂੰ ਕਿਉਂ ਨਹੀਂ ਸਾਹਮਣੇ ਰੱਖ ਕੇ ਲੜਿਆ ਜਾਂਦਾ? ਦੇਖੋ, ਜਿਹੜੀਆਂ ਜਥੇਬੰਦੀਆਂ, ਸਿੱਖ ਜਥੇਬੰਦੀਆਂ ਆਜ਼ਾਦੀ ਦੀ ਲੜਾਈ ਲੜ ਰਹੀਆਂ ਨੇ, ਉਹ ਤਾਂ ਇਸ ਸੰਘਰਸ਼ ਦੇ ਵਿੱਚ ਕੋਈ ਗੱਲ ਹੀ ਨਹੀਂ ਕਰ ਰਹੀਆਂ। ਉਹ ਤਾਂ ਸਿਰਫ ਠੀਕ ਹੈ ਆਪਣੀ ਉਹ ਜਿੰਨਾ ਕੁ ਹੈਗਾ ਲੜਾਈ ਦੇ ਵਿੱਚ ਹਿੱਸਾ ਪਾ ਰਹੀਆਂ ਨੇ। ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਜਾਂਦੀ ਆ ਜਾਂ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਆ, ਤੇ ਸਾਡੇ ਜਿਹੜੇ ਨੌਜਵਾਨ ਨੇ ਉਹੀ ਕਰ ਰਹੇ ਨੇ ਨਾ। ਨੌਜਵਾਨਾਂ ਦੇ ਵੀ ਇੱਕ ਅੰਦਰ ਇੱਕ ਤੜਫ ਆ ਵੀ ਸਾਨੂੰ, ਕਿਉਂਕਿ ਉਹਨਾਂ ਨੇ ਵੀ ਥੋੜ੍ਹਾ ਬਹੁਤਾ ਉਹ ਰਾਜ ਦੀ ਗੱਲ ਪੜ੍ਹੀ ਆ ਜਾਂ ਸੰਤਾਂ ਬਾਰੇ ਸੁਣਿਆ ਆ ਜਾਂ ਉਹਨਾਂ ਦੀਆਂ ਸਪੀਚਾਂ ਸੁਣੀਆਂ ਨੇ, ਤੇ ਹੁਣ ਉਹਨਾਂ ਨੂੰ ਵੀ ਇਹ ਗੱਲ ਸਾਰਿਆਂ ਨੂੰ ਲੱਗਣ ਲੱਗ ਗਈ ਵੀ ਜੋ ਸੰਤ ਅੱਜ ਤੋਂ 40 ਸਾਲ ਪਹਿਲਾਂ ਕਹਿੰਦੇ ਸੀ ਉਹ ਬਿਲਕੁਲ ਠੀਕ ਕਹਿੰਦੇ ਸੀ, ਤੇ ਸਾਡੇ ਆਗੂ ਉਦੋਂ ਗਲਤ ਪਾਸੇ ਚਲੇ ਗਏ, ਉਹਨਾਂ ਦਾ ਸਾਥ ਨਹੀਂ ਦਿੱਤਾ, ਤੇ ਅੱਜ ਸਾਨੂੰ ਉਸ ਸਿਧਾਂਤ 'ਤੇ ਜਿਹੜਾ ਆ ਪਹਿਰਾ ਦੇਣਾ ਚਾਹੀਦਾ। ਨੌਜਵਾਨਾਂ ਦੇ ਮਨ ਦੀ ਗੱਲ ਇਹ ਆ। ਪਰ ਸੰਤ ਜਰਨੈਲ ਸਿੰਘ ਤਾਂ ਜਦੋਂ ਵੇਲਾ ਸੀ ਉਦੋਂ ਤੋਂ ਉਹ ਇੱਕ ਥਾਪੜ ਕੇ ਕਹਿੰਦੇ ਸੀ ਵੀ ਜੇ ਇਦਾਂ ਦਾ ਕੁਝ ਹੁੰਦਾ ਹੈ ਤਾਂ ਅਸੀਂ ਬੈਠੇ ਹਾਂ। ਕਿਸੇ ਵੀ ਤਰ੍ਹਾਂ ਦੀ ਗੱਲ ਹੁੰਦੀ, ਚਾਹੇ ਦਿੱਲੀ ਤਖਤ ਨਾਲ ਹੋਵੇ, ਚਾਹੇ ਪੰਜਾਬ ਦੇ ਵਿੱਚ ਹੋਈਆਂ ਵਧੀਕੀਆਂ ਦੀ ਗੱਲ ਹੋਵੇ, ਅੱਜ ਨਾ ਤਾਂ ਉੱਦਾਂ ਦਾ ਕੋਈ ਆਗੂ ਦਿਖਦਾ, ਨਾ ਜਿਹੜੇ ਅੱਜ ਲੀਡਰ ਹੈਗੇ ਨੇ ਕਿਸੇ ਤਰ੍ਹਾਂ ਦੇ ਵੀ ਲੀਡਰ ਜਿਹੜੇ ਕਿਸਾਨੀ ਹੱਕਾਂ ਦੀ ਗੱਲ ਕਰਦੇ ਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ, ਨਾ ਹੀ ਕੋਈ ਉਹਨਾਂ ਦੇ ਵਿੱਚ ਉਹੋ ਜਿਹਾ ਕੋਈ ਦਿਸਦਾ ਵੀ ਜਿਹੜਾ ਇੱਕ ਥਾਪੜ ਕੇ ਕਹੇ ਅਸੀਂ ਸ਼ਹੀਦੀਆਂ ਦੇਣ ਤੱਕ ਤਿਆਰ ਹਾਂ। ਗੱਲਾਂ ਜ਼ਰੂਰ ਕਰ ਦਿੰਦੇ ਮੀਡੀਆ ਦੇ ਵਿੱਚ ਆ ਕੇ, ਪਰ ਜਦੋਂ ਵਾਰੀ ਆਉਂਦੀ ਉਦੋਂ ਸਾਰੇ ਭੱਜ ਜਾਂਦੇ। ਦੇਖੋ, ਆਗੂਆਂ ਨੇ ਹੀ ਉਦੋਂ ਵੀ ਸਾਰਾ ਸਿਸਟਮ ਖਰਾਬ ਕਰਿਆ, ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਕਹਾਉਂਦੇ ਸੀ, ਸੰਤਾਂ ਦਾ ਸਾਥ ਨਾ ਦੇ ਕੇ। ਅੱਜ ਵੀ ਜਿਹੜੇ ਸ਼ਹੀਦੀਆਂ ਦੇਣ ਵਾਲੇ ਤਾਂ ਬਹੁਤ ਬੈਠੇ ਨੇ, ਇਹ ਨਹੀਂ ਕੋਈ ਗੱਲ ਵੀ ਸ਼ਹੀਦੀਆਂ ਦੇਣ ਵਾਲਿਆਂ ਦੇ 'ਚ ਕੋਈ ਘਾਟਾ ਪੈ ਗਿਆ ਇੱਥੇ ਜਾਂ ਮੁੱਕ ਗਏ ਨੇ, ਨਹੀਂ, ਬਹੁਤ ਨੇ। ਪਰ ਅਸਲੀ ਗੱਲ ਤਾਂ ਇਹੀ ਆ ਵੀ ਹੁਣ ਜਿਹੜੇ ਉਸ ਨਿਸ਼ਾਨੇ 'ਤੇ ਲੈ ਕੇ ਜਾਣ ਵਾਲਾ ਜੇ ਬੰਦਾ ਕੋਈ ਨਹੀਂ ਤਰ ਕੇ ਸਾਹਮਣੇ ਆ ਰਿਹਾ। ਹਰ ਬੰਦਾ ਜਿਹੜਾ ਕਹਿੰਦਾ ਵੀ ਮੈਂ ਕੌਮ ਦਾ ਆਗੂ ਹਾਂ, ਦੂਜਾ ਕਹਿੰਦਾ ਮੈਂ ਪੰਜਾਬ ਦਾ ਆਗੂ ਹਾਂ, ਤੀਜਾ ਕਹਿੰਦਾ ਮੈਂ ਸਭ ਕਾਸੇ ਦਾ ਆਗੂ ਹਾਂ। ਕਿਤੇ ਕੋਈ ਕੇਜਰੀਵਾਲ ਕਹਿ ਦਿੰਦਾ ਵੀ ਮੈਂ ਪੰਜਾਬ ਨੂੰ ਬਚਾਊਂਗਾ, ਕਿਤੇ ਕੋਈ ਕਹਿ ਦਿੰਦਾ, ਕਿਤੇ ਕੋਈ ਕਹਿ ਦਿੰਦਾ। ਸਿਰਫ ਕੁਰਸੀ ਵਾਸਤੇ ਹੀ ਲੜ ਰਹੇ ਨੇ, ਪੰਜਾਬ ਵਾਸਤੇ ਕੋਈ ਨਹੀਂ ਲੜਦਾ। ਕੁਰਸੀ ਵਾਸਤੇ ਫਿਰ ਲੜਦੇ ਤੇ ਲੜਨਗੇ, ਜੇ ਪਿੱਛੇ ਦੁਨੀਆ ਹੀ ਨਾ ਬਚੀ ਜਾਂ ਕੰਮ ਹੀ ਖਰਾਬ ਹੋ ਗਿਆ, ਮਾਹੌਲ ਹੀ ਖਰਾਬ ਹੋ ਗਿਆ, ਤਾਂ ਫਿਰ ਕੀ ਕਰਨਾ? ਉਹ ਇਸ ਪਾਸੇ ਨੂੰ ਸੋਚ ਨਹੀਂ ਰਹੇ ਕਿ ਸਾਡੀ ਜਵਾਨੀ ਦਾ ਜਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਾਡਾ ਕੀ ਹਾਲ ਹੋਊਗਾ ਜੇ ਅਸੀਂ ਲੜਾਈ ਜਿਹੜੀ ਇੱਕ ਥਾਂ ਹੋ ਕੇ ਨਾ ਲੜੀ, ਜੇ ਬਿੱਲ ਨਾ ਵਾਪਸ ਕਰਾਏ। ਤੇ ਚਲੋ ਹੋਣ ਵਾਲੇ ਤਾਂ ਘੱਟ ਭੁਗਤਣਗੇ, ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਜ਼ਿਆਦਾ ਨੁਕਸਾਨ ਹੋਊਗਾ। ਪਿਛਲਾ ਨੁਕਸਾਨ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਭੁਗਤ ਵੀ ਰਹੀ ਹੈ, ਜੇ ਅੱਜ ਨੁਕਸਾਨ ਹੋਊਗਾ ਤੇ ਸਾਡੀ ਆਉਣ ਵਾਲੀ ਪੀੜ੍ਹੀ ਭੁਗਤੂਗੀ। ਪਰ ਤੁਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਸਾਰੇ ਕੋਈ ਇਕੱਠੇ ਹੈ ਕਿ ਜਾਂ ਕੋਈ ਸੱਚੀ ਜਾਂ ਇੱਕ ਪ੍ਰੋਗਰਾਮ ਨਹੀਂ ਲੀਕ ਦੇਗੇ। ਹੁਣ ਆਪਾਂ ਸਿੱਖ ਜਥੇਬੰਦੀਆਂ ਦੀ ਗੱਲ ਕਰ ਲੈਂਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 328 ਸਰੂਪਾਂ ਦਾ ਰੌਲਾ ਸ਼੍ਰੋਮਣੀ ਕਮੇਟੀ ਨਾਲ ਚੱਲ ਰਿਹਾ, ਪਰ ਉੱਥੇ ਸਿੱਖ ਕਿਹੜਾ ਇਕੱਠੇ ਹੈਗੇ? ਕੋਈ ਵੀ ਜਥੇਬੰਦੀ ਨਹੀਂ ਇਕੱਠੀ, ਸਿੱਖਾਂ ਦੀਆਂ ਵੀ ਜਥੇਬੰਦੀਆਂ ਨਹੀਂ ਇਕੱਠੀਆਂ, ਕਿਸਾਨ ਜਥੇਬੰਦੀਆਂ ਵੀ ਨਹੀਂ ਇਕੱਠੀਆਂ। ਹੈ ਤਾਂ ਸਾਰੇ ਜੜ ਤਾਂ ਇੱਕੋ ਹੀ ਆ ਨਾ, ਸਾਰੇ ਤਾਂ ਸਾਰੇ ਪੰਜਾਬੀਅਤ ਦਾ ਪੰਜਾਬ ਦੀ ਪਦੈਸ਼ ਨੇ, ਸਾਰੇ ਜਾਣੇ ਖੂਨ ਇੱਕੋ ਹੀ ਆ, ਤੇ ਇਕੱਠੇ ਨਾ ਤੇ ਲੱਗਦਾ। ਹੁਣ ਇੱਕ ਅੰਮ੍ਰਿਤਸਰ ਧਰਨਾ ਇਸ ਚੀਜ਼ ਨੂੰ ਲੈ ਕੇ, ਜਿਵੇਂ ਲੌਂਗੋਵਾਲ ਸ਼ੰਭੂ ਬਾਰਡਰ ਤੇ ਇਹ ਕੁਝ ਜਥੇਬੰਦੀਆਂ, ਸਿੱਖ ਜਥੇਬੰਦੀਆਂ ਉਸ ਚੀਜ਼ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰੋਸ ਕਰ ਰਹੀਆਂ ਨੇ ਕਿ ਲੌਂਗੋਵਾਲ ਦਾ ਘਰ ਘੇਰ ਲਿਆ, ਕੋਈ ਦਰਬਾਰ ਸਾਹਿਬ ਬੈਠੇ ਨੇ, ਇਕੱਠੇ ਉਹ ਨਹੀਂ ਹੋਏਗੇ। ਮਾਮਲਾ ਇੱਕੋ ਹੀ ਆ, ਹੱਲ ਇੱਕੋ ਹੀ ਆ, ਸਵਾਲ ਵੀ ਉਹੀ ਨੇ। ਉਹ ਕਿਸੇ ਦੇ ਖਿਲਾਫ ਉਹ ਵੀ ਸ਼੍ਰੋਮਣੀ ਕਮੇਟੀ ਆ, ਚਾਹੇ ਉਹਦਾ ਪ੍ਰਧਾਨ ਲੌਂਗੋਵਾਲ ਹੋਵੇ, ਚਾਹੇ ਉਹਨਾਂ ਨੂੰ ਚਲਾਉਣ ਵਾਲੇ ਬਾਦਲ ਹੋਣ। 328 ਸਰੂਪ ਗਏ ਕਿੱਥੇ, ਸਵਾਲ ਵੀ ਉਹੀ ਆ, ਪਰ ਇਕੱਠੇ ਕਿਉਂ ਨਹੀਂ ਹੁੰਦੇ? ਤੁਹਾਨੂੰ ਕੀ ਲੱਗਦਾ ਸ਼੍ਰੋਮਣੀ ਕਮੇਟੀ ਦਾ ਇੱਥੇ? ਸ਼੍ਰੋਮਣੀ ਕਮੇਟੀ ਤਾਂ ਆਪਦਾ ਫਿਰ ਚੁੱਪ ਕਰਕੇ ਬੈਠੀ ਹੋਈ ਹੈ ਨਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਧੰਦਾ ਚੱਲੀ ਜਾ ਰਿਹਾ।
ਜਿਹੜੇ ਉਹ ਲੋਕ ਨੇ ਉਹ ਆਪਣਾ ਕੰਮ ਕਰੀ ਜਾ ਰਹੇ, ਲੀਡਰ ਲੀਡਰੀ ਕਰੀ ਜਾ ਰਹੇ ਨੇ। ਧੁੱਪਾਂ ਦੇ ਵਿੱਚ ਜਾਂ ਸੜਕਾਂ 'ਤੇ ਆਮ ਲੋਕ ਜਿਹੜੇ ਨੇ ਉਹ ਰੁਲ ਰਹੇ ਨੇ। ਅਤੇ ਇਸ ਵਾਸਤੇ ਮੈਂ ਤਾਂ ਇਹ ਕਹੂੰਗਾ, ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਕਹੂੰਗਾ ਵੀ ਤੁਸੀਂ ਇਕੱਠੇ ਹੋ ਕੇ ਪ੍ਰੋਗਰਾਮ ਇੱਕ ਦਿਓ, ਜਿਹੜਾ ਮਰਜ਼ੀ ਆ ਦਿਓ, ਸਾਰੀ ਕੌਮ ਨੂੰ ਪ੍ਰਵਾਨ ਕਰੂਗੀ। ਜਿਵੇਂ ਬਰਗਾੜੀ ਵਾਲਾ ਮੋਰਚਾ ਲੱਗਿਆ ਸੀ, ਉਹਦੇ 'ਤੇ ਸਾਰੀ ਕੌਮ ਨੇ ਹੀ ਸਹਿਯੋਗ ਦਿੱਤਾ ਸੀ, ਅਤੇ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਹੁਣ ਵੀ ਇਹੀ ਹੋਣਾ ਚਾਹੀਦਾ। ਲੜਾਈ ਜਿਹੜੀ ਆ ਸਾਨੂੰ ਸਾਰੀਆਂ ਧਿਰਾਂ ਨੂੰ ਇੱਕ ਥਾਂ ਹੋ ਕੇ ਲੜਨੀ ਚਾਹੀਦੀ ਆ, ਨਹੀਂ ਤਾਂ ਕੋਈ ਕਾਮਯਾਬੀ ਇੱਥੇ ਵੀ ਨਹੀਂ ਹੋਣੀ ਜੇ ਨਾਲ ਇਕੱਠੇ ਹੋ ਕੇ ਲੜੇ ਤਾਂ। ਸ਼੍ਰੋਮਣੀ ਕਮੇਟੀ ਲੱਗਦਾ ਕਿ 328 ਸਰੂਪ ਗਏ ਕਿੱਥੇ? ਉਹ ਜੇ ਦੱਸਣ ਵਾਸਤੇ ਤਿਆਰ ਨਹੀਂ, ਕਿਉਂਕਿ ਅਜੇ ਉਹਨਾਂ 'ਤੇ ਇੰਨਾ ਦਬਾਅ ਹੀ ਨਹੀਂ ਬਣਿਆ ਵੀ ਉਹਨਾਂ ਨੂੰ ਇੱਥੋਂ ਤੱਕ ਨੌਬਤ ਆ ਜੇ ਵੀ ਉਹ ਉੱਥੋਂ ਉਹਨਾਂ ਨੂੰ ਦਰਬਾਰ ਸਾਹਿਬ ਤੋਂ ਆਪਦੀਆਂ ਦਫ਼ਤਰ ਛੱਡ ਕੇ ਨਿਕਲਣਾ ਪਵੇ ਜਾਂ ਕੋਈ ਇਹੋ ਜਿਹੀ ਗੱਲ ਹੋਵੇ, ਅਤੇ ਫਿਰ ਉਹ ਫਟਾਫਟ ਵਾਰੀ ਬੰਦੇ ਬੋਲਣਗੇ ਵੀ ਦੂਜੇ ਨੇ ਕਰਿਆ ਅਤੇ ਅਜੇ ਤਾਂ ਹੀ ਉਹਨਾਂ 'ਤੇ ਕੋਈ ਅਸਰ ਹੀ ਨਹੀਂ ਹੋਇਆ ਇਸ ਗੱਲ ਦਾ ਵੀ ਧਰਨਾ ਲਾਈ ਬੈਠੇ। ਠੀਕ ਹੈ, ਬੈਠੇ ਨੇ ਅਤੇ ਉਹਨਾਂ ਨੂੰ ਇਸ ਗੱਲ ਦਾ ਕੋਈ ਅਸਰ ਨਹੀਂ ਗਾ। ਅਤੇ ਜਦੋਂ ਵੀ ਕੋਈ ਪੂਰਾ ਵਧੀਆ ਦਬਾਅ ਬਣੂਗਾ, ਕੌਮ ਸਾਰੀ ਇੱਕ ਥਾਂ ਇਕੱਤਰ ਹੋਊਗੀ, ਉਹ ਸਾਰਾ ਕੁਝ ਫੇਰ ਹੀ ਹੋਊਗਾ, ਨਹੀਂ ਤਾਂ ਇਸ ਤਰ੍ਹਾਂ ਹੀ ਚੱਲੀ ਜਾਊਗਾ। ਜ਼ਿੰਮੇਵਾਰ ਕੌਣ ਹੈ ਵੈਸੇ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਕੌਮ ਸੜਕਾਂ 'ਤੇ ਆ ਗਈ, ਬਰਗਾੜੀ ਧਰਨਾ ਲੱਗਿਆ, ਚਾਹੇ ਉਹਦੇ ਵਿੱਚ ਕੁਝ ਪ੍ਰਾਪਤੀਆਂ ਹੋਈਆਂ, ਜ਼ਿਆਦਾਤਰ ਉਹਦੇ ਵਿੱਚ ਜਿਹੜੇ ਆਗੂ ਸੀ ਉਹਨਾਂ ਦੇ ਧੱਬੇ ਵੀ ਲੱਗੇ। ਹੁਣ ਉੱਥੇ 328 ਸਰੂਪ ਵੀ ਗਾਇਬ ਹੋ ਜਾਂਦੇ ਆ। ਦੇਖੋ, ਬੇਅਦਬੀਆਂ ਦੇ ਜ਼ਿੰਮੇਵਾਰ ਤੇ ਅਜੇ ਤੱਕ ਜਿਹੜਾ ਹੁਣ ਤੋਂ ਚੱਲ ਰਿਹਾ ਆ, ਇੱਕੋ ਹੀ ਪਰਿਵਾਰ ਜ਼ਿੰਮੇਵਾਰ ਆਉਂਦਾ ਉਹਦੇ 'ਚ, ਬਾਦਲ ਪਰਿਵਾਰ, ਕਿਉਂਕਿ ਉਹਨਾਂ ਦੀ ਸਰਕਾਰ ਚੱਲਦੀ ਸੀ। ਅਸੀਂ ਇਹ ਨਹੀਂ ਆਂਦੇ ਵੀ ਉਹਨਾਂ ਨੇ ਹੱਥੀਂ ਸਾਰਾ ਕੁਛ ਇਹ ਕਰਿਆ ਹੋਊਗਾ, ਬੇਅਦਬੀਆਂ ਕਰੀਆਂ ਹੋਣਗੀਆਂ, ਪਰ ਉਹਨਾਂ ਦੀ ਸਰਕਾਰ ਚੱਲਦੀ ਸੀ। ਉਹਨਾਂ ਨੂੰ ਉਹ ਸਰਕਾਰ ਆਪਣੀ ਦੇ ਵਿੱਚੋਂ ਬੰਦੇ ਜਿਹੜੇ ਆ ਫੜਨੇ ਚਾਹੀਦੇ ਸੀ। ਸਾਰਾ ਕੁਝ ਉਹਦੀ ਇਨਕੁਆਇਰੀ ਕਰਕੇ ਜਿਹੜਾ ਵੀ ਕੋਈ ਦੋਸ਼ੀ ਬਣਦਾ ਸੀ ਉਹਨੂੰ ਸਜ਼ਾ ਦੇਣੀ ਚਾਹੀਦੀ ਸੀ। ਅਤੇ ਹੁਣ ਵੀ ਅਜੇ ਵੀ ਹੱਥ ਜਿਹੜੀ ਆ ਡੋਰ ਉਹਨਾਂ ਦੇ ਹੱਥ 'ਚ ਆ, ਕਿਉਂਕਿ ਜਿਹੜੇ 328 ਸਰੂਪ ਨੇ ਉਹ ਇਕੱਲੇ ਜਿਹੜੇ ਜੁੰਮੇ ਲਾਉਂਦੇ ਨੇ ਉੱਥੋਂ ਦੇ ਇੰਚਾਰਜ ਦੇ, ਉਹਦਾ ਇਕੱਲੇ ਦਾ ਕੰਮ ਨਹੀਂ ਗਾ। ਉਹਦੇ ਵਿੱਚ ਕਈ ਸਕੱਤਰ ਵੀ ਹੋਣਗੇ, ਸ਼੍ਰੋਮਣੀ ਕਮੇਟੀ ਮੈਂਬਰ ਵੀ ਹੋਣਗੇ, ਪ੍ਰਧਾਨ ਵੀ ਹੋਊਗਾ, ਅਕਾਲੀ ਦਲ ਦਾ ਪ੍ਰਧਾਨ ਵੀ ਹੋਊਗਾ, ਕਿਉਂਕਿ ਉਹ ਕਿਸੇ ਆਮ ਥਾਂ 'ਤੇ ਉਹ ਸਰੂਪ ਗਏ ਨਹੀਂ। ਉਹ ਸਰੂਪ ਉੱਥੇ ਹੀ ਵਿਵਾਦਤ ਥਾਵਾਂ 'ਤੇ ਹੀ ਗਏ ਨੇ, ਜਾਂ ਕਿਤੇ ਡੇਰਿਆਂ ਦੇ ਰੌਲਿਆਂ 'ਚ ਜਿੱਥੇ ਸਰੂਪ ਜਾਣਾ ਹੀ ਨਹੀਂ ਉੱਥੇ ਗਏ ਨੇ, ਜਾਂ ਇਹਨਾਂ ਨੇ ਕਿਤੇ ਜਿਵੇਂ ਹੁਣ ਬੇਅਦਬੀਆਂ ਕਰਦੇ ਨੇ, ਕਿਤੇ ਉੱਥੇ ਕਰ ਲਈ ਕਿਤੇ ਉੱਥੇ ਕਰ ਲਈ, ਉਹੋ ਜਿਹੇ ਥਾਂ 'ਤੇ ਸਰੂਪ ਇਹਨਾਂ ਨੇ ਦਿੱਤੇ ਨੇ ਵੀ ਉਹ ਸਰੂਪ ਆਪਦੇ ਘਰੋਂ ਕੱਢਦੇ ਨੇ, ਜਾਂ ਜਿੱਥੇ ਵੀ ਕਿਤੇ ਉਹਨਾਂ ਨੇ ਰੱਖੇ ਨੇ, ਅਤੇ ਬੇਅਦਬੀ ਕਰਕੇ ਰੌਲਾ ਪਵਾ ਦਿੰਦੇ ਆ। ਇਹਦੇ ਜ਼ਿੰਮੇਵਾਰ ਸਾਰੇ ਸੁਖਬੀਰ ਬਾਦਲ ਹੋਣੀ ਆ, ਵੱਡਾ ਬਾਦਲ ਆ, ਉਹ ਸਾਰਾ ਪਰਿਵਾਰ ਜ਼ਿੰਮੇਵਾਰ ਹੈ ਇਸ ਗੱਲ ਦਾ। ਅਤੇ ਨਾਲ ਉਸ ਸਮੇਂ ਦੀ ਜਿਹੜੀ 15 ਵਾਲੀ ਐਗਜੈਕਟਿਵ ਸੀ ਸਾਰੀ, ਉਹ ਵੀ ਜ਼ਿੰਮੇਵਾਰ ਹੈ। ਉਦੋਂ ਬਾਅਦ ਵੀ ਜਿਹੜੀਆਂ ਬਣਦੀਆਂ ਆਈਆਂ ਨੇ ਹੁਣ ਤੱਕ, ਉਹ ਸਾਰੇ ਹੀ ਜ਼ਿੰਮੇਵਾਰ ਨੇ ਉਹਦੇ। ਤੁਸੀਂ ਕਹਿੰਦੇ ਹੋ ਜ਼ਿੰਮੇਵਾਰ, ਉਹ ਕਹਿੰਦੇ ਸ਼੍ਰੋਮਣੀ ਕਮੇਟੀ ਨਾਲ ਲਾਗਾ ਤਾਂ ਗਏ। ਸ਼੍ਰੋਮਣੀ ਕਮੇਟੀ ਨਾਲ ਲਾਗਾ ਦੇਗਾ ਕਿਉਂ ਨਹੀਂ? ਸਾਰਾ ਕੁਝ ਹੁੰਦਾ ਹੀ ਉਹਨਾਂ ਦੇ ਕਹਿ ਤੋਂ ਆ। ਕਿਹੜੀ ਗੱਲ ਹੈ ਜਿਹੜੀ ਸ਼੍ਰੋਮਣੀ ਕਮੇਟੀ ਖੁਦ ਕਰ ਲੇ ਜਾਂ ਜਥੇਦਾਰ ਕੋਈ ਆਪ ਬਿਆਨ ਦੇ ਦੇਵੇ, ਅਤੇ ਉਹ ਕਿਸ ਢੰਗ ਨਾਲ ਕਹਿ ਰਹੇ ਨੇ ਆ ਹੋਣੀ ਅਗਲੇ ਮਹੀਨੇ 'ਚ ਪ੍ਰਧਾਨ ਦੀ ਚੋਣ ਹੋਣੀ ਆ, ਦੇਖ ਲਿਓ, ਉਹ ਪਾਸੇ ਹੋ ਕੇ ਦੇਖ ਲੈਣ ਪ੍ਰਧਾਨ ਫਿਰ ਕੌਣ ਬਣਦਾ ਆ। ਅਤੇ ਜਦੋਂ ਪ੍ਰਧਾਨ ਹੀ ਉਹਨਾਂ ਦੇ ਘਰੋਂ ਬਣ ਕੇ ਆਉਣਾ, ਅਤੇ ਅਜੇ ਉਹ ਗੱਲੀ ਬਾਤੀ ਕਹੀ ਜਾਣ ਵੀ ਸਾਡਾ ਕੋਈ ਸੰਬੰਧ ਨਹੀਂ ਗਾ, ਉਹ ਵੱਖਰੀ ਗੱਲ ਹੈ। ਉਹ ਤਾਂ ਚਲੋ ਠੀਕ ਹੈ, ਪ੍ਰਧਾਨ ਉਹ ਬਣਾਉਂਦੇ ਨੇ, ਸਾਰਿਆਂ ਨੂੰ ਭਲੀ ਪੰਥ ਜਾਣੂ ਨੇ, ਪਰ ਇਹ ਨਹੀਂ ਲੱਗਦਾ ਪਿਆ ਕਿ ਹੁਣ ਕਿਸਾਨਾਂ ਦਾ ਮੁੱਦਾ ਹੈ, ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਵੀ ਹੋਣੇ ਨੇ, ਬਾਦਲ ਕੇ ਅਸਤੀਫਾ ਦੇ ਕੇ ਵੀ ਆ ਗਏ, ਉਹਨਾਂ ਨੇ ਆਪਦੀ ਸ਼ਾਖਾ ਬਚਾਉਣ ਲਈ ਲੋਕਾਂ ਦੇ ਵਿੱਚ ਜਿਹੜਾ ਉਹ ਮਾਰਚ ਕਰਨੇ ਵੀ ਸ਼ੁਰੂ ਕਰਤੇ, ਚਾਹੇ ਪੰਜਾਬ ਤੋਂ ਚੰਡੀਗੜ੍ਹ ਹੋਵੇ, ਚਾਹੇ ਸਾਰੇ ਤਖਤਾਂ ਤੋਂ ਚੰਡੀਗੜ੍ਹ ਹੋਵੇ, ਚਾਹੇ ਲੋਕਾਂ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸਾਂ ਹੋਣ, ਚਾਹੇ ਰੈਲੀਆਂ ਹੋਣ, ਕਿਸੇ ਵੀ ਤਰ੍ਹਾਂ ਦਾ ਉਹਨਾਂ ਪ੍ਰਚਾਰ ਕਰਨ 'ਚ ਕੋਈ ਕਸਰ ਨਹੀਂ ਛੱਡੇਗੀ। ਕਿਤੇ ਇਹ ਤਾਂ ਨਹੀਂ ਕਿ ਵੀ ਉਹ ਸਾਰੀ ਇਸੇ ਆੜ ਦੇ ਵਿੱਚ ਸ਼੍ਰੋਮਣੀ ਕਮੇਟੀ ਫਿਰ ਰਿਪੀਟ ਕਰਕੇ ਆਪਦੇ ਹੱਥ 'ਚ ਲੈ। ਜੇ ਸਿੱਖ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਅਤੇ ਸ਼੍ਰੋਮਣੀ ਕਮੇਟੀ ਫਿਰ ਤਾਂ ਉਹ ਕਰਨਗੇ ਹੀ ਕਰਨਗੇ, ਜਿਵੇਂ ਪਹਿਲਾਂ ਹੁੰਦਾ ਆ ਉਵੇਂ ਹੀ ਹੋਊਗਾ। ਅੱਬਲ ਤਾਂ ਕੋਈ ਇਲੈਕਸ਼ਨ ਹੋਣ ਦੇ ਹੀ ਚਾਂਸ ਨਹੀਂ ਗੇ ਅਜੇ ਤੱਕ ਤਾਂ, ਜੇ ਕੋਈ ਹੁੰਦੇ ਵੀ ਆ, ਜੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਲੜਨਗੀਆਂ ਤਾਂ ਫਿਰ ਜਾ ਕੇ ਕਾਮਯਾਬੀ ਮਿਲੂਗੀ, ਨਹੀਂ ਤਾਂ ਕੋਈ ਕਾਮਯਾਬੀ ਨਹੀਂ ਮਿਲਦੀ, ਕੋਈ ਇਲੈਕਸ਼ਨ ਦਾ ਫਾਇਦਾ ਨਹੀਂ ਉਸਦਾ ਹੋਊਗਾ। ਸਿੱਖ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਨਾ? ਫਿਰ ਜਥੇਬੰਦੀਆਂ ਜਾਤੀਆਂ ਬਣ ਗਈਆਂ ਨੇ। ਉਹ ਜੇ ਟਕਸਾਲ ਦੀ ਗੱਲ ਕਰੀਏ, ਅਸੀਂ ਕਿਸੇ ਤੇ ਕਿੰਤੂ ਨਹੀਂ ਕਰਦੇ, ਪਰ ਟਕਸਾਲ ਦੇ ਨਾਂ 'ਤੇ ਹੀ ਕਿੰਨੀਆਂ ਟਕਸਾਲਾਂ ਚੱਲੀ ਜਾਂਦੀਆਂ। ਬਿਲਕੁਲ, ਬਹੁਤ ਜਥੇਬੰਦੀਆਂ ਗਾਂਹ ਦੀ ਗਾਂਹ, ਜਦੋਂ ਕੋਈ ਆਪਾਂ ਇਕੱਠ ਕਰਦੇ ਹਾਂ ਨਾ, ਅਤੇ ਉਹਦੇ ਵਿੱਚੋਂ ਸਗੋਂ ਘਟਣ ਦੀ ਬਜਾਏ, ਇੱਕ ਹੋਣ ਦੀ ਬਜਾਏ, ਇੱਕ ਅੱਧੀ ਜਥੇਬੰਦੀ ਉੱਦਣ ਨਵੀਂ ਬਣ ਜਾਂਦੀ ਹੈ। ਜਿਸ ਦਿਨ ਕੋਈ ਵੀ ਸਿੱਖਾਂ ਦੀਆਂ ਜਥੇਬੰਦੀਆਂ ਇਕੱਠ ਕਰਦੀਆਂ ਨੇ ਨਾ, ਤੁਸੀਂ ਕਿਤੇ ਗਾਂਹ ਧਿਆਨ ਰੱਖ ਕੇ ਦੇਖਿਓ, ਉਸ ਦਿਨ ਹੀ ਇੱਕ ਜਥੇਬੰਦੀ ਉਹਦੇ ਵਿੱਚੋਂ ਹੋਰ ਹੋਦ ਦੇ ਵਿੱਚ ਆ ਜਾਂਦੀ ਆ, ਅਤੇ ਉਹ ਵੀ ਵਿੱਚ ਹਿੱਸੇਦਾਰ ਫਿਰ ਬਣਨਾ ਹੀ ਬਣਨਾ ਜਦੋਂ ਜਥੇਬੰਦੀ ਬਣ ਗਈ। ਅਤੇ ਇਸ ਵਾਸਤੇ ਕੋਈ ਅਜੇ ਨਾ ਦੇ ਇਕੱਠੇ ਹੋਣ ਦੇ ਕੋਈ ਚਾਂਸ ਲੱਗ ਰਹੇ ਨੇ ਵੀ ਇਕੱਠੇ ਹੋਣਗੇ, ਨਾ ਹੀ ਕੋਈ ਕਿਸੇ ਪਾਸਿਓਂ ਨਿਆਂ ਮਿਲਣ ਦੇ ਚਾਂਸ ਲੱਗ ਰਹੇ ਨੇ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਨਾ ਤਾਂ ਇਕੱਠੇ ਹੁੰਦੇ ਨਾ ਨਿਆਂ ਮਿਲਦਾ। ਇੱਥੇ ਆ ਕੇ ਸੰਤ ਜਰਨੈਲ ਸਿੰਘ ਦੀ ਘਾਟ ਰਟਕਦੀ ਹੈ। ਬਿਲਕੁਲ, ਸਾਨੂੰ ਜਿਹੜਾ ਕੋਈ ਸ਼ਹਿਰ ਦਾ ਆਗੂ ਆ, ਸੱਚਾ ਸੁੱਚਾ ਆਗੂ ਆ, ਉਹਦੀ ਘਾਟ ਤੇ ਹਮੇਸ਼ਾ ਹੀ ਰੜਕਦੀ ਰਹੀ ਆ, ਅਤੇ ਰੜਕਦੀ ਵੀ ਰਹੂਗੀ, ਗਾਂ ਰਹਿੰਦੀ ਦੁਨੀਆ ਤੱਕ ਹੀ ਰੜਕਦੀ ਰਹੂਗੀ। ਉਹ ਤਾਂ ਆਪਾਂ ਸੰਘਰਸ਼ ਦੀ, ਕਿਸਾਨ ਸੰਘਰਸ਼ ਦੀ ਗੱਲ ਕਰਦੇ ਹਾਂ, ਜਿਵੇਂ ਹੁਣ
ਰਿਲਾਇੰਸ ਦੇ ਪੰਪ ਬੰਦ ਕਰਦੇ ਨੇ, ਟੂਲ ਟੈਕਸ ਬੰਦ ਕਰਦੇ ਨੇ, ਰਿਲਾਇੰਸ ਮਾਰਕੀਟਾਂ ਬੰਦ ਕਰ ਦੇਣੀਆਂ, ਇਹਦੇ ਨਾਲ ਕੋਈ ਅਬਾਨੀ ਦਵਾਨੀ ਨੂੰ ਫਰਕ ਪਵੇਗਾ? ਫਰਕ ਤਾਂ ਦੇਖੋ ਥੋੜ੍ਹਾ ਬਹੁਤਾ ਪਊਗਾ ਹੀ ਪਊਗਾ ਉਹਨਾਂ ਨੂੰ, ਕਿਉਂਕਿ ਇੰਨੇ ਦਿਨਾਂ ਦੀਆਂ ਮਾਰਕੀਟਾਂ ਬੰਦ ਨੇ, ਪੰਪ ਬੰਦ ਨੇ, ਉਹਨਾਂ ਦੇ ਇਹ ਜਿੰਨਾ ਵੀ ਸਿਸਟਮ ਹੈ ਉਹਨਾਂ ਦਾ ਪੰਜਾਬ 'ਚ ਖਾਸ ਕਰਕੇ, ਬਾਕੀ ਸਟੇਟਾਂ ਦਾ ਤਾਂ ਪਤਾ ਨਹੀਂ, ਸਾਰਾ ਬੰਦ ਪਿਆ ਆ। ਅਤੇ ਜ਼ਿਆਦਾ ਖਰੀਦਦਾਰੀ ਜਿਹੜੀ ਆ ਪੂਰੇ ਦੇਸ਼ ਨਾਲੋਂ ਪੰਜਾਬ ਸਭ ਤੋਂ ਵੱਧ ਖਰੀਦਦਾਰੀ ਕਰਦਾ ਆ। ਅਸਰ ਤਾਂ ਕਾਫੀ ਪਊਗਾ, ਪਰ ਫਿਰ ਵੀ ਉਹ ਇੰਨਾ ਜਿਨ੍ਹਾਂ ਨੇ ਕਮਾਈ ਕੀਤੀ ਆ ਉਹ ਕਰੋੜਾਂ ਦੇ ਮਾਲਕ ਨੇ, ਅਤੇ ਉਹਨਾਂ ਨੂੰ ਇਹਦੇ ਨਾਲ ਕੋਈ ਬਹੁਤੀ ਫਰਕ ਪੈਣ ਵਾਲੀ ਗੱਲ ਵੀ ਨਹੀਂ ਲੱਗਦੀ। ਹੁਣ ਤਾਂ ਉਹਨਾਂ ਦੇ ਇੱਕ ਭਾਜਪਾ ਦਾ ਲੀਡਰ ਸੀ, ਉਹਦਾ ਬਿਆਨ ਆਇਆ ਸੀ ਕਿ ਤੁਸੀਂ ਆਓਗੇ ਆਪਦੀਆਂ ਲੱਤਾਂ 'ਤੇ, ਸਾਡੇ ਇੱਦਾਂ ਦਾ ਕੋਈ ਸਾਡੇ ਥਾਂ ਨੂੰ ਘਰਾਓ ਕਰਦੇ ਤੇ ਜਾਓਗੇ ਸਟਰਕਚਰ 'ਤੇ। ਬਿਲਕੁਲ ਉਹ ਲਲਕਾਰ ਰਹੇ ਨੇ, ਵੰਗਾਰ ਰਹੇ ਨੇ, ਉਹ ਤਾਂ ਹੁਣ ਸਟੇਟਮੈਂਟਾਂ ਉਹਨਾਂ ਦੀਆਂ ਆ ਰਹੀਆਂ ਨੇ ਨਾਲ। ਇਹ ਤਾਂ ਉਹਨੇ ਕਿਹਾ ਆ, ਉਹ ਆਗੂ ਪਤਾ ਨਹੀਂ ਕਿਹੜਾ ਸੀ, ਮੇਰੇ ਧਿਆਨ 'ਚ ਨਹੀਂਗਾ, ਅਤੇ ਬਾਕੀ ਉਹਨਾਂ ਦੇ ਹੋਰ ਆਗੂਆਂ ਦੇ ਬਤੇਰਿਆਂ ਦੇ ਬਿਆਨ ਆਈ ਜਾਂਦੇ ਜਿਵੇਂ। ਇਹਦਾ ਮਤਲਬ ਗੁੰਡਾਗਰਦੀ? ਬਿਲਕੁਲ ਗੁੰਡਾਗਰਦੀ ਹੈ ਤਾਂ ਨਾ, ਗੁੰਡਾਗਰਦੀ ਨਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ, ਪਹਿਲਾਂ ਤੋਂ ਹੀ ਗੁੰਡਾਗਰਦੀ ਕਰ ਰਹੇ ਨੇ ਉਹ। ਬਾਕੀ ਸਟੇਟਾਂ 'ਚ ਵੀ ਕਿਹੜੀ ਨਹੀਂ ਕਰਦੇ, ਜੇ ਪੰਜਾਬ 'ਚ ਘੱਟ ਸੀ ਉਹ ਹੁਣ ਉਹਨਾਂ ਨੇ ਸ਼ੁਰੂ ਕਰਨੀ ਇੱਥੇ ਲਿਆ ਕੇ ਸਾਨੂੰ ਦਬਾ ਕੇ, ਕਿਉਂਕਿ ਇਹ 'ਚੋਂ ਕੋਈ ਨਾ ਕੋਈ ਬੰਦੇ ਉਹਨਾਂ ਦੇ ਨਾਲ, ਬਹੁਤ ਬੰਦੇ ਨੇ ਉਹਨਾਂ ਨਾਲ ਵੀ, ਇਹ ਨਹੀਂ ਵੀ ਹੈ ਨਹੀਂਗੇ। ਜਿਵੇਂ ਉਹ ਨਵਾਂ ਭਰਤੀ ਕਰ ਲਿਆ ਉਹਨਾਂ ਨੇ, ਉਹ ਪ੍ਰੇਮ ਸਿੰਘ ਲਾਲਪੁਰਾ ਇਕਬਾਲ ਸਿੰਘ, ਉਹ ਪਰਸੋਂ ਰਾਤ ਬੋਲੀ ਜਾਂਦਾ ਸੀ, ਕਿੰਨਾ ਕੁਛ ਬੋਲੀ ਜਾਂਦਾ ਸੀ। ਉਹ ਕਹਿ ਰਿਹਾ ਸੀ ਵੀ ਅਸੀਂ ਤਾਂ ਆਉਣ ਵਾਲੇ ਸਾਲ 'ਚ ਇੱਥੇ ਬਹੁਤ ਕੁਛ ਕਰਾਂਗੇ, 117 ਦੀਆਂ 17 ਲੜਾਂਗੇ, ਸਾਰੀਆਂ ਜਿੱਤਾਂਗੇ, ਇਹੋ ਜਿਹੀਆਂ ਗੱਲਾਂ ਕਰੀ ਜਾ ਰਹੇ ਨੇ। ਉਹ ਤਾਂ ਹੋਰ ਹੀ ਕਿਤੇ ਕਿਸੇ ਦੁਨੀਆ 'ਤੇ ਫਿਰਦੇ ਨੇ, ਇਸ ਦੁਨੀਆ 'ਤੇ ਤਾਂ ਹੈ ਹੀ ਨਹੀਂ। ਜੇਕਰ ਇੱਥੇ ਸਾਰੇ ਇਕੱਠੇ ਨਾ ਹੋਏ ਤਾਂ ਹਾਲ ਕੀ ਹੋਵੇਗਾ? ਹਾਲ ਤੇ ਜਿਹੜਾ ਵੱਧ ਤੋਂ ਬਦਲਤ ਆਉਂਦੇ ਹੁੰਦੇ ਆ ਉਹ ਹੋਊਗਾ। ਜੇ ਇਕੱਠੇ ਨਹੀਂ ਹੁੰਦੇ ਤੇ ਭੌਂਕੇ ਇਹਨਾਂ ਲੋਕਾਂ ਨੇ ਹੀ ਫਿਰ ਅਵਾਨੀਆਂ ਦਵਾਨੀਆਂ ਦੇ ਚੇਲਿਆਂ ਨੇ ਹੀ ਅੱਗੇ ਆਉਣਾ ਆ, ਉਹਨਾਂ ਦੇ ਮੋਦੀਆਂ ਦੇ ਚੇਲਿਆਂ ਨੇ ਹੀ ਅੱਗੇ ਆਉਣਾ ਆ। ਅਤੇ ਜੇ ਸਾਨੂੰ ਸਬਕ ਸਿੱਖਣਾ ਚਾਹੀਦਾ, ਸੋਚ ਲੈਣਾ ਚਾਹੀਦਾ ਕਿ ਪੰਜਾਬ ਦੀ ਹਾਲਾਤ ਕੀ ਹੋਊਗੀ। ਇਕੱਲੀ ਇਹ ਬਿੱਲਾਂ ਦੀ ਗੱਲ ਨਹੀਂ, ਬਾਕੀ ਹਰ ਪੱਖ ਤੋਂ ਹੀ, ਜਿਵੇਂ ਉਹ ਯੂਪੀ ਦੇ ਵਿੱਚ ਲੜਕੀ ਦਾ ਬਲਾਤਕਾਰ ਹੋਇਆ, ਅਤੇ ਉਹ ਉੱਥੋਂ ਦੇ ਜੋ ਰਿਪੋਰਟ ਦੇ ਰਹੇ ਨੇ ਵੀ ਉਹਦੇ ਨਾਲ ਤਾਂ ਬਲਾਤਕਾਰ ਹੋਇਆ ਹੀ ਨਹੀਂ। ਅਤੇ ਜਿਹੜਾ ਜੋਗੀ ਆ ਉਹ ਕਹਿੰਦਾ ਵੀ ਉਹਨਾਂ ਦਾ ਠਾਕਰਾਂ ਦਾ ਖੂਨ ਬੜਾ ਗਰਮ ਆ। ਇੱਕ ਬੰਨੇ ਉਹ ਮੰਨ ਰਿਹਾ ਵੀ ਅਸੀਂ ਇਹਨਾਂ ਨੇ ਮੁੰਡਿਆਂ ਨੇ ਬਲਾਤਕਾਰ ਕੀਤਾ, ਦੂਜੇ ਬੰਨੇ ਜਿਹੜੀ ਉਹਦੀ ਰਿਪੋਰਟ ਆ ਰਹੀ ਉਹ ਬਿਨਾਂ ਬਲਾਤਕਾਰ ਤੋਂ ਆ ਰਹੀ ਆ, ਅਤੇ ਉਹ ਖੂਨ ਗਰਮ ਦੱਸ ਰਿਹਾ। ਅਤੇ ਉਹ ਗਾਂ ਉਹੋ ਜਿਹਾ ਜਦੋਂ ਇਹਨਾਂ ਦਾ ਰਾਜ ਇੱਥੇ ਵੀ ਹੋਇਆ ਤਾਂ ਫਿਰ ਕੀ ਹੋਊਗਾ, ਉਹ ਸਾਨੂੰ ਆਪ ਸੋਚਣਾ ਚਾਹੀਦਾ। ਠਾਕਰਾਂ ਦਾ ਖੂਨ ਗਰਮ, ਉਹਨੇ ਗੱਲ ਤਾਂ ਕਹਿ ਦਿੱਤੀ, ਅਤੇ ਪਰ ਇਹਦਾ ਮਤਲਬ ਉਹਨਾਂ ਦੀਆਂ ਧੀਆਂ ਭੈਣਾਂ ਆਪਦੀਆਂ ਹੈ ਨਹੀਂ? ਜੋ ਉਹ ਬੰਦੇ ਕਹਿ ਰਹੇ ਨੇ ਨਾ, ਵੈਸੇ ਤਾਂ ਉਹ ਉਹਨਾਂ ਦੀ ਜਿਹੜੀ ਇੱਕ ਇੱਥੋਂ ਚੰਡੀਗੜ੍ਹ ਤੋਂ ਸੀਗੀ MP, ਉਹਦਾ ਨਾਮ ਮੇਰਾ ਭੁੱਲ ਗਿਆ, ਅਤੇ ਉਹ ਵੀ ਜਦੋਂ ਪਿੱਛੇ ਇੱਕ ਉਦੋਂ ਹੋਇਆ ਸੀ, ਕਠੂਆ ਕਾਂਡ ਹੋਇਆ ਸੀ, ਅਤੇ ਉਹ ਵੀ ਇਹ ਕਹਿੰਦੀ ਸੀ ਵੀ ਇਹ ਤਾਂ ਸਾਡਾ ਉਹਦਾ ਕਲਚਰ ਆ, ਸਾਡੇ ਉਹਦਾ ਸੰਸਕ੍ਰਿਤੀ ਦਾ ਕਲਚਰ ਆ ਇਹ ਬਲਾਤਕਾਰ ਦਾ। ਅਤੇ ਇਸੇ ਤਰ੍ਹਾਂ ਹੀ ਇਹ ਲੋਕ ਦੇਖ ਲਓ, ਉਹ ਵੀ ਧੀਆਂ ਭੈਣਾਂ, ਉਹ ਖੁਦ ਧੀ ਭੈਣ ਨਹੀਂ ਕਿਸੇ ਦੀ ਜਿਹੜੀ ਇਹ ਗੱਲ ਕਹਿ ਰਹੀ ਆ। ਅਤੇ ਇਹਨਾਂ ਲੋਕਾਂ ਦੇ ਧੀਆਂ ਭੈਣਾਂ ਤਾਂ ਹੈਗੀਆਂ, ਪਰ ਇਹਨਾਂ ਨੇ ਸ਼ਰਮ ਲਾਈ ਆ ਲੋਕਾਂ ਨੇ। ਜਦੋਂ ਕੋਈ ਸ਼ਰਮ ਹੀ ਲਾ ਲੇ ਉਹਦਾ ਤਾਂ ਕੋਈ ਹੱਲ ਨਹੀਂ ਹੁੰਦਾ। ਜੀ ਬਿਲਕੁਲ। ਪੰਜਾਬ ਦੇ ਹਾਲਾਤ, ਜਿਵੇਂ ਹੁਣ ਆਪਾਂ ਯੂਪੀ ਦੀ ਗੱਲ ਕੀਤੀ, ਬਲਾਤਕਾਰ ਹੋਇਆ, ਕਿੰਨੇ ਉਹਦੇ ਰਿਪੋਰਟ ਨੈਗੇਟਿਵ ਆਉਂਦੀ ਹੈ ਵੀ ਕੁਛ ਨਹੀਂ ਹੋਇਆਗਾ। ਉਹ ਕਹਿੰਦੇ ਨੇ ਕਿ ਠਾਕਰਾਂ ਦਾ ਖੂਨ ਜਿਹੜਾ ਗਰਮ ਹੁੰਦਾ ਹੈ। ਸਿੱਖਾਂ ਦੀ ਗੱਲ ਕਰਦੇ ਹਾਂ, ਉਹ ਅੱਜ ਇਕੱਠੇ ਨਹੀਂ ਹੈਗੇ। ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, 31 ਤੋਂ ਪਲੱਸ ਜਥੇਬੰਦੀਆਂ ਨੇ, ਹੋਰ ਜਥੇਬੰਦੀਆਂ ਵੀ ਹੈਗੀਆਂ ਨੇ ਜਿਹੜੀਆਂ ਨਿਤਰੀਆਂ ਜ਼ਰੂਰ ਮੈਦਾਨ 'ਚ ਹੋਈਆਂ ਨੇ, ਪਰ ਪੂਰਾ ਏਕਾ, ਜਿਵੇਂ ਕਹਿ ਲਈਏ ਵੀ ਪੂਰਾ ਏਕੇ ਵਾਲੀ ਗੱਲ ਜਿਹੜੀ ਉਹ ਨਜ਼ਰ ਪੂਰੀ ਆਉਂਦੀ ਨਹੀਂ ਦਿਖਦੀ ਗੀ। ਜਿਵੇਂ ਬਾਬਾ ਜੀ ਨੇ ਦੱਸਿਆ ਕਿ ਜੇਕਰ ਇਕੱਠੇ ਨਹੀਂ ਹੁੰਦੇ ਕਿ ਕੋਈ ਆਪਦਾ ਪ੍ਰੋਗਰਾਮ ਦੇ ਦਿੰਦਾ, ਉਹ ਕਹਿੰਦਾ ਇੱਥੇ ਮੇਰੀ ਪ੍ਰਧਾਨਗੀ ਦੇ ਥੱਲੇ ਆਓ, ਕੋਈ ਕਹਿੰਦਾ ਮੇਰੀ ਚੰਡੀਗੜ੍ਹ ਮੀਟਿੰਗ ਦੇ ਵਿੱਚ ਆਓ, ਕੋਈ ਕਹਿੰਦਾ ਮੈਂ ਸ਼ੰਭੂ ਬਾਰਡਰ 'ਤੇ ਚੱਲਿਆ, ਕੋਈ ਕਹਿੰਦਾ ਮੈਂ ਤਾਂ ਜੀ ਆਪਦੇ ਕਲਾਕਾਰਾਂ ਦੇ ਪ੍ਰੋਗਰਾਮ 'ਤੇ ਸਾਡੇ ਹਿਸਾਬ ਨਾਲ ਚੱਲੋ। ਪਰ ਲੋਕ ਜਾਣ ਕਿੱਥੇ ਜਾਣ, ਕਿਹੜੀ ਜਥੇਬੰਦੀ ਦੀ ਮੰਨਣ? ਪਿਛਲੇ ਸਮੇਂ ਬਹੁਤ ਕਿਸਾਨਾਂ ਨਾਲ ਹੋਰ ਵੀ ਧੱਕੇ ਹੋਏ ਛੋਟੇ ਮੋਟੇ, ਉੱਥੇ ਜਥੇਬੰਦੀਆਂ ਦਾ ਕੀ ਰੋਲ ਰਿਹਾ ਅਸੀਂ ਕਿਸੇ ਤੇ ਕਿੰਤੂ ਨਹੀਂ ਕਰਦੇ। ਪਰ ਜੇ ਕਿਸਾਨ ਜਥੇਬੰਦੀਆਂ ਅੱਗੇ ਹੱਥ ਜੋੜ ਕੇ ਸਾਡੀ ਬੇਨਤੀ ਹੈ, ਜੇਕਰ ਤੁਸੀਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੋਂ ਆਵਾਜ਼ ਆਵੇ, ਚਾਹੇ ਉਹ ਚੰਡੀਗੜ੍ਹ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਜਲੰਧਰ, ਲੁਧਿਆਣਾ, ਜੋ ਵੀ ਹੋਵੇ, ਬਠਿੰਡਾ ਕਿਉਂ ਨਾ ਹੋਵੇ, ਉੱਥੋਂ ਇੱਕ ਆਵਾਜ਼ ਨਿਕਲੇ, ਉਹ ਸਾਰੇ ਪਾਸੇ ਜਿਹੜੀ ਉਹ ਆਵਾਜ਼ ਉਵੇਂ ਹੀ ਪਹੁੰਚੇ, ਅਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਵਾਕਿਆ ਹੀ ਆਵਾਜ਼ ਜਿਹੜੀ ਕਿਸਾਨ ਜਥੇਬੰਦੀਆਂ ਦੀ ਆ ਗਈ ਆ। ਅਤੇ ਦਿੱਲੀ ਨੂੰ ਪਤਾ ਲੱਗ ਜੇ 5 ਦਿਨਾਂ 'ਚ, 2 ਦਿਨਾਂ 'ਚ ਵੀ ਇਹ ਕਿਸਾਨ ਜਥੇਬੰਦੀ ਇੱਕ ਆਵਾਜ਼ ਜਿਹੜੀ ਇੱਕ ਹੀ ਰਹਿਣੀ ਆ। ਇਹਦੇ 'ਚ ਲੀਡਰ ਵੀ ਨੇ, ਇਹਦੇ 'ਚ ਕਿਸਾਨ ਵੀ ਨੇ, ਇਹਦੇ 'ਚ ਕਲਾਕਾਰ ਵੀ ਨੇ, ਇਹਦੇ 'ਚ ਜੋ ਵੀ ਆ, ਕੋਈ ਵੀ ਆ, ਉਹਨਾਂ ਚਿਰ ਇਹਦਾ ਹੱਲ ਜਿਹੜਾ ਉਹ ਦਿਸਦਾ ਨਜ਼ਰ ਨਹੀਂ ਆਉਂਦਾ। ਠੀਕ ਹੈ, ਇਹਦੇ ਨਾਲ ਉਹਨਾਂ ਨੂੰ ਕਰੋੜਾਂ ਰੁਪਏ ਦਾ ਘਾਟਾ, ਜਿਹੜੇ ਰਿਲਾਇੰਸ ਪੰਪ ਬੰਦ ਹੋਣੇ, ਰਿਲਾਇੰਸ ਮਾਰਕੀਟਾਂ ਬੰਦ ਹੋਣੀਆਂ, ਟੂਲ ਟੈਕਸ ਬੰਦ ਹੋਣੇ, ਕਰੋੜਾਂ ਅਰਬਾਂ ਰੁਪਈਆਂ ਦਾ ਘਾਟਾ ਜ਼ਰੂਰ ਪਊਗਾ। ਜਿਵੇਂ ਜਿਵੇਂ ਲੰਮਾ ਜਾਊਗਾ ਉਹਨਾਂ ਦੇ ਤੱਕ ਸੇਕ ਤਾਂ ਜ਼ਰੂਰ ਪਹੁੰਚੂਗਾ ਇਸ ਚੀਜ਼ ਦਾ। ਪਰ ਹੋਰ ਥਾਵਾਂ 'ਤੇ ਜਿਹੜੇ ਲੋਕ ਹਜੇ ਵੀ ਉਹਨਾਂ ਥਾਵਾਂ ਤੋਂ ਜਾ ਕੇ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ ਨੂੰ ਬੈਠੇ ਨੇ ਕਿ ਸਾਨੂੰ ਇੱਥੇ ਸਸਤਾ ਪੈਂਦਾ, ਕੋਈ ਕਹਿੰਦਾ ਮੈਂ ਤਾਂ ਰਿਲਾਇੰਸ ਵਾਲੇ ਤੇਲ ਵਧੀਆ ਪਾਉਂਦੇ ਨੇ, ਉਹਨਾਂ ਨੂੰ ਵੀ ਇਸ ਚੀਜ਼ 'ਤੇ ਜਾਣੂ ਹੋ ਜਾਣਾ ਚਾਹੀਦਾ। ਜਿਹੜੀਆਂ ਰਿਲਾਇੰਸ ਦੀਆਂ ਸਿੰਮਾਂ ਵਰਤਦੇ ਆ ਅਤੇ ਰੇਂਜ ਵਧੀਆ ਆਉਂਦੀ ਆ, ਉਹਨਾਂ ਨੂੰ ਵੀ ਜਾਣੂ ਹੋ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਮਿੱਠਾ ਜ਼ਹਿਰ ਦਿੱਤਾ ਗਿਆ। ਹੁਣ ਬਠਿੰਡੇ ਦੇ ਵਿੱਚ ਇੱਕ ਨਵੀਂ ਗੱਲ ਸਾਹਮਣੇ ਆਵੇਗੀ ਕਿ
ਗੈਸ ਜਿਹੜੀ ਉਹ 400 450 ਦਾ ਪੈਕੇਜ ਹੋਵੇਗਾ, ਘਰਾਂ ਤੱਕ ਪਾਈਪਲਾਈਨ ਆਊਗੀ, ਉਹ 2 ਮਹੀਨੇ ਦਾ ਪੈਕੇਜ ਹੋਵੇਗਾ। ਬਾਅਦ ਦੇ ਵਿੱਚ ਜਦੋਂ ਸਿਲੰਡਰ ਅਸੀਂ ਘਰਾਂ 'ਚੋਂ ਚੁਕਾ ਦਿਆਂਗੇ, ਕਾਪੀਆਂ ਸਾਡੀਆਂ ਬੰਦ ਹੋ ਜਾਣੀਆਂ। ਰਿਲਾਇੰਸ ਗੈਸ ਵਾਲੀਆਂ ਏਜੰਸੀਆਂ ਜਦੋਂ ਚੱਕੀਆਂ ਜਾਣਗੀਆਂ, ਉਦੋਂ ਬਾਅਦ 'ਚੋਂ ਆਪਦੀ ਮਰਜ਼ੀ ਦੇ ਨਾਲ ਕਾਰਪੋਰੇਟ ਘਰਾਣਾ ਜਿਹੜਾ ਮਰਜ਼ੀ ਦੇ ਨਾਲ ਆਪਦੇ ਗੈਸ ਦੇ ਰੇਟ ਰਹੂਗਾ, ਉਹ ਭਾਵੇਂ 1000 ਰੁਪਈਆ ਮਹੀਨਾ ਲਵੇ ਚਾਹੇ 2000 ਰੁਪਈਆ ਮਹੀਨਾ ਲਵੇ, ਫਿਰ ਉਹ ਆਪਦੇ ਹਿਸਾਬ ਨਾਲ ਚੱਲਣਗੇ। ਇਸ ਕਰਕੇ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਕਿਵੇਂ ਮਾਰੂ ਨੀਤੀਆਂ ਦੇ ਨਾਲ ਆਪਦਾ ਜਿਹੜਾ ਜਾਲ ਆ ਉਹ ਨੀਵੇਂ ਪੱਧਰ ਤੇ ਵਿਛਾਈ ਬੈਠੇ ਨੇ, ਤੇ ਅਸੀਂ ਹਜੇ ਵੀ ਨਹੀਂ ਸਮਝ ਰਹੇ ਦਿਓ। ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।